ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੈ ਭਾਏ ਸ਼ਿੰਗਾਰ ਬਨਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ। ਅਨ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਨਾਵਨਿਆ। ਭੈ ਭਾਏ ਸ਼ਿੰਗਾਰ ਬਨਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ। ਅਨ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਨਾਵਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤੀਸਰੇ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 112 ਸੁਭ ਉੱਪਰ ਸੁਭਾਏਮਾਨ। ਚੌਥਾ ਪਦਾ ਜੋ ਕੱਲ੍ਹ ਆਪਾਂ ਸਰਵਣ ਕੀਤਾ ਸੀ ਕਿ ਸਿੱਖ ਨੇ ਜੀਵ ਨੇ ਕਿਵੇਂ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਕਿਵੇਂ ਉਸ ਦੀ ਖੁਸ਼ੀ ਲੈਣੀ ਹੈ। ਇਹ ਸ਼ਬਦ ਦੀ ਆਰੰਭਤਾ ਹੋਈ ਸੀ ਸ਼ਬਦ ਮਰੈ ਸੋ ਮੋਆ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ। ਜਿਹੜਾ ਸ਼ਬਦ ਦੇ ਨਾਲ ਮਰ ਕੇ ਜਿਉਂਦਾ ਹੁੰਦਾ, ਭਾਵ ਮਨਮਤ ਛੱਡ ਕੇ ਗੁਰਮਤਿ ਅਨੁਸਾਰ ਚੱਲਦਾ। ਜਦੋਂ ਗੁਰਮਤਿ ਅਨੁਸਾਰ ਚੱਲੇਗਾ ਤੇ ਮਾਨੋ ਮਨਮਤ ਵਜੋਂ ਮਰ ਗਿਆ, ਗੁਰਮਤਿ ਵਿੱਚ ਜਿਉਂਦਾ ਹੋ ਗਿਆ। ਇਹਨੂੰ ਕਹਿੰਦੇ ਆ ਸ਼ਬਦ ਮਰੈ ਸੋ ਮੂਆ ਜਾਪੈ। ਸਰੀਰ ਕਰਕੇ ਤਾਂ ਉਹ ਸਾਂਸ ਲੈਂਦਾ ਹੈ, ਤੁਰਿਆ ਫਿਰਦਾ ਜ਼ਿੰਦਗੀ ਦੇ ਵਿੱਚ, ਸੰਸਾਰ ਵਿੱਚ ਵਿਚਰਦਾ ਹੈ, ਪਰ ਸੰਸਾਰ ਦੇ ਵਿਸ਼ੇ ਵਿਕਾਰਾਂ ਮੋਹ ਮਮਤਾ ਨਾਲ ਜੁੜਿਆ ਨਹੀਂ ਹੁੰਦਾ। ਮਾਨੋ ਉਸ ਪਾਸਿਓਂ ਮਰਿਆ ਹੁੰਦਾ, ਸੰਸਾਰ ਦੇ ਇਹਨਾਂ ਰਸਾਂ ਕਸਾਂ ਵੱਲੋਂ ਮਨ ਮੁੜਿਆ ਹੁੰਦਾ ਹੈ। ਇਹਨੂੰ ਕਹਿੰਦੇ ਆ ਸ਼ਬਦ ਮਰੈ ਸੋ ਮੋਆ ਜਾਪੈ। ਜਿਹੜਾ ਗੁਰੂ ਦੇ ਸ਼ਬਦ ਨਾਲ ਮਰ ਗਿਆ ਨਾ, ਉਹ ਦੁਨੀਆ ਨੂੰ ਇੱਦਾਂ ਲੱਗੇਗਾ ਜਿਵੇਂ ਇਹ ਹੁੰਦਾ ਹੀ ਨਹੀਂ ਦੁਨੀਆ ਵਿੱਚ। ਭਾਵ ਦੁਨੀਆ ਕਹਿੰਦੀ ਆ ਇਹ ਕੁਛ ਕਰ ਨਹੀਂ ਸਕਦਾ, ਸ਼ਾਇਦ ਇਹਨੂੰ ਕੀ ਹੋ ਗਿਆ। ਪਰ ਅਸਲ ਦੇ ਵਿੱਚ ਉਹ ਪਰਮੇਸ਼ਰ ਨਾਲ ਜੁੜ ਜਾਂਦੇ ਹਨ। ਅਤੇ ਜਿਹੜੇ ਪਰਮੇਸ਼ਰ ਨਾਲ ਜੁੜ ਜਾਂਦੇ ਆ, ਸ਼ਬਦ ਨਾਲ ਮਰ ਕੇ ਜਿਉਂਦੇ ਹੋ ਜਾਂਦੇ ਹਨ। ਗੁਰੂ ਕਿਰਪਾ ਸਦਕਾ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ। ਉਹਨਾਂ ਨੂੰ ਕਾਲ ਫੜ ਨਹੀਂ ਸਕਦਾ, ਦਬਾ ਨਹੀਂ ਸਕਦਾ, ਦੁੱਖ ਨਹੀਂ ਦੇ ਸਕਦਾ। ਕੋਈ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ, ਉਹਨਾਂ ਨੂੰ ਕੋਈ ਪਾਪ ਸੰਤਾਪ ਨਹੀਂ ਲੱਗ ਸਕਦਾ। ਇਸੇ ਪਦੇ ਦਾ ਚੌਥਾ, ਇਸੇ ਅਸ਼ਟਪਦੀ ਦਾ ਚੌਥਾ ਪਦਾ ਆਪਾਂ ਸਰਵਣ ਕੀਤਾ ਸੀ ਕਿ ਫਿਰ ਉਹ ਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਉਸ ਜੀਵ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਜਿਹੜਾ ਇੱਦਾਂ ਦਾ ਹੁੰਦਾ ਹੈ। ਉਹਦਾ ਜੀਵਨ ਹੁੰਦਾ ਭੈ ਭਾਏ ਸ਼ਿੰਗਾਰ ਬਣਾਏ। ਉਹ ਡਰਦਾ ਅਤੇ ਪ੍ਰੇਮ ਦਾ ਸ਼ਿੰਗਾਰ ਕਰਦਾ। ਜਿਸ ਤਰ੍ਹਾਂ ਗੁਰੂ ਪਿਆਰਿਓ ਸੱਜਣ ਠੱਗ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਇਸ ਨੇ ਕਿਤਨੇ ਹੀ ਮਨੁੱਖ ਮਾਰ ਮਾਰ ਕੇ ਆਪਣੀ ਸਰਾਂ ਦੇ ਪਿੱਛੇ ਬਣੇ ਖੂਹ ਵਿੱਚ ਖਤਮ ਕਰ ਦਿੱਤੇ, ਸਿੱਟ ਦਿੱਤੇ। ਪਰ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ, ਇਹਨੂੰ ਗਿਆਨ ਬਖਸ਼ਿਆ ਤੇ ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਪਾਪ ਕਰਨੇ ਬੰਦ ਕਰ। ਇਹ ਕੰਮ
जिस वेले उन्होंने ज्ञान होया तो कहना जी बंदा मारना तो दूर की गल है, मैं तो हुण कुत्ते की सोटी नहीं मार सकदा। भाव ज्ञान हो गया, उधरों मर गया ना, जिवें कोई मुर्दा किसी नूं मार नहीं सकता। उस तरह विकारां वल्लों, हंकार वल्लों, पापां वल्लों वो बंदे दा मन मुड़ पिया। जिस तरह गुरु प्यारिओ कौडे राक्ष ने पता नहीं किन्ने जीवां नूं तल तल के कड़ाहे विच खा लिया, पर जिस वेले भाई मरदाने नूं सिੱਟਣ लगਿਆ तपदे तेल के कड़ाहे विच तुरंत सतगुरु नानक देव जी सामने होए, उहदा तपदा होया कड़ाहा ठंडा हो गया। और जब उसनूं ज्ञान होया ओहो मैं तो अपना जीवन ही बर्बाद कर रहा, क्योंकि ये मत मारी जाती है मनुख की, फिर राक्षसां वाली बिरती बन जाती है। किसी वेले ये भी एक ब्राह्मण सी ते राजे जनक दा लांगरी सीगा, पर अपनी गलती करन करके उत्थों यह माते दी मारी गई, साधुआं दा बनाया होया भोजन ने झूठा कर दिता। राजे जनक ने कह दिता जाओ राक्षा। साध जी बोले सहज सवाए, साध का बोलिया बिरथा न जाए। उत्थों यदी राक्ष बिरती हो गई तो अज तक पता नहीं इन्हें किन्ने जीवां नूं उस कड़ाहे च तल तल के खा गया, तो अज मरदाना हथ आए। पर मरदाना मालक वाला सी ते उहनूं मालक बचाउण वास्ते पहुँच गया। तो जदों ही बाबे नानक की किरपा दृष्टि उहदे उपर पई, तपत कड़ाहा बुझ गयो गुर सीतल नाम दियो। दो अर्थ है दे, कहानी मुताबक, साखी मुताबक वो कड़ाहा भी ठंडा हो गया, और दूसरा अर्थ है साडा पेट भी कड़ाहा है। ਇਹਦੇ ਵਿੱਚ ਪਤਾ नहीं किन्ने जीव ਆਪਾਂ अज तक उबालते, जेते दाने अन्न के जियां बाझ ना कोए, किन्ना कुछ खा गए ਆਪਾਂ। और लालच वस बंदा पता नहीं अपनी जीव के रसां कसां सवादां पिछे किन्ने जीवां नूं खा जांदा मार मार के। पर जदों ज्ञान हो गया, संतोख आ गया, हुण उसदा आशा तृष्णा वाला कड़ाहा ठंडा हो गया, तो उधर कौडे का कड़ाहा ठंडा हो गया। कहते जिस वेले देखा भी है उबलदा होया तेल तपदा होया ठंडा हो गया, उदों ही मरदानिया जब सामने आया बाबे नानक दे, बाबा नानक सामने आया तो मरदाना कहना बचाओ नानक। उन्हें इन्ना ही कहा बचाओ नानक। उन्हें गुरु नानक देव जी नूं याद किया, गुरु नानक जी सामने आए तो कड़ाहा ठंडा हो गया, तो कौडा छड्ड के मरदाने नूं बाबे नानक नहीं आ गया। पुछदा तुसीं कौन हो? सोडे आउण करके मेरा कड़ाहा ठंडा हो गया। पातशाह कहने सियाण लिया, कौन है? कहते वो अंदर को शीशा चक के लाया अपनी झोंपड़ी चों, तो बाबे नानक दे मूँह कल वल करके वेखदा है तो कहना ओहो तुसीं तां उही लगदे हो जिहनूं मैं लभदा सी। राजे जनक ने फिर बचन करता सीगा भी तैनूं आके रब ही तारूगा, कलयुग दे विच ओह मानस जामा लैके आऊगा, तेरा उद्धार करेगा, ओहो ही तारेगा तैनूं। ये कहना मैनू की पछाण आऊगी? वो कहन लगे अंदरों बाहरों इक्को जिहा होऊगा। कहना मैनू की पता लगू? कहने आ शीशा लै जा यार, ਇਹਦੇ ਵਿੱਚੋਂ ਵੇਖ ਲਿਆ ਕਰੀ। ਜਿਹੜਾ ਬਾਹਰੋਂ ਵੇਖਣ ਨੂੰ ਬੰਦਾ ਦਿਸੇ ਪਰ ਸ਼ੀਸ਼ੇ ਵਿੱਚੋਂ ਪਸ਼ੂ ਦਿਸੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਭਾਵ ਅੰਦਰੋਂ ਉਹਦੀ ਬਿਰਤੀ ਪਸ਼ੂਆਂ ਵਰਗੀ, ਸੂਰਾਂ ਵਰਗੀ, ਮਘਿਆੜਾਂ ਵਰਗੀ, ਕੁੱਤਿਆਂ ਵਰਗੀ ਲਾਲਚੀ, ਉਹ ਨਹੀਂ ਹੋਵੇਗਾ। ਜਿਹੜਾ ਸ਼ੀਸ਼ੇ 'ਚੋਂ ਵੀ ਤੈਨੂੰ ਬਾਹਰਲੇ ਸਰੂਪ ਵਰਗਾ ਦਿਸੇਗਾ ਉਹ ਹੋਵੇਗਾ। फिर कौडा पैरी पै गया। बाबा जी ने भी इनू मिलना सी, उधार करना सी। ये राजे जनक तो विछड़िया होया सीगा, उधार किया, मरदाने नू छुड़ा लिया। तो कहन लगे पातशाह मरदाने दे पैरी पै। कहते जी मरदाना तो की, मैं तो जे कहूँ तो कुत्तियां दे भी पैरी पै जाना। तो कहन तो भाव जदों गुरु शब्द नाल जीव नू मारदा है, शब्द नाल रस्ते पाउंदा है, फिर ये अंदरलियां बिरतियां बदल जांदियां। कौडे दियां बिरतियां ही बदल गईयां, सज्जन ठग दियां बिरतियां बदल गईयां, भूमीए चोर दियां बिरतियां बदल गईयां। जदों पातशाह ज्ञान कराउंदा है, शब्द मरै सो मोआ जापै। फिर उहदे जीवन का श्रृंगार की हुंदा है? पातशाह जी कहने भै भाए श्रृंगार बनाए। उस दे जीवन दे विच फिर डर
ਤੇ ਪ੍ਰੇਮ ਆ ਜਾਂਦਾ। ਕਹੋ ਸਤਨਾਮ ਸ੍ਰੀ। ਪਰਮੇਸ਼ਰ ਤੋਂ ਡਰ ਤੇ ਪਰਮੇਸ਼ਰ ਦਾ ਪ੍ਰੇਮ, ਦੋਨੇ ਚੀਜ਼ਾਂ ਦੀ ਲੋੜ ਹੈ। ਜੇ ਅਸੀਂ ਗੁਰੂ ਘਰ ਆਉਣੇ ਆ, ਜਿੱਥੇ ਅਸੀਂ ਗੁਰੂ ਸਾਹਿਬ ਨਾਲ ਪਿਆਰ ਕਰਦੇ ਹਾਂ, ਪ੍ਰੇਮ ਕਰਦੇ ਹਾਂ, ਆਉਣੇ ਆ, ਉੱਥੇ ਸਾਡੇ ਅੰਦਰ ਭੈ ਵੀ ਹੋਣਾ ਚਾਹੀਦਾ ਕਿ ਅਸੀਂ ਕੋਈ ਗੁਰੂ ਸਾਹਿਬ ਦੇ ਪਰਥਾਏ ਹਜ਼ੂਰੀ 'ਚ ਐਸੀ ਗਲਤੀ ਨਾ ਕਰ ਲਈਏ ਕਿ ਸਾਡਾ ਗੁਰੂ ਗੁੱਸੇ ਹੋ ਜਾਵੇ। ਐਸਾ ਡਰ ਵੀ ਹੋਣਾ ਚਾਹੀਦਾ ਹੈ। ਜੇ ਡਰ ਰਹੇਗਾ ਤਾਂ ਪ੍ਰੇਮ ਬਰਕਰਾਰ ਰਹੇਗਾ, ਜੇ ਡਰ ਨਹੀਂ ਰਹੇਗਾ ਤਾਂ ਫਿਰ ਪ੍ਰੇਮ ਵੀ ਖਤਮ ਹੋ ਜਾਵੇਗਾ। ਬਾਬਾ ਫਰੀਦ ਜੀ ਦਾ ਬਚਨ ਹੈ, ਜਾਂ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ। ਜੇ ਲਾਲਚ ਹੈ ਫਿਰ ਕਾਹਦਾ ਪਿਆਰ ਹੈ? ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਮੇਹੋ। ਇਹੋ ਜਿਹਾ ਪਿਆਰ ਤਾਂ ਫਿਰ ਟੁੱਟੀ ਹੋਈ ਝੌਂਪੜੀ ਵਰਗਾ ਹੈ, ਜਿਹੜੀ ਮੀਂਹ ਵਿੱਚ ਆਪਾਂ ਉਹਨੂੰ ਬਚਾ ਨਹੀਂ ਸਕਦੀ। ਤਾਂ ਇਸੇ ਤਰ੍ਹਾਂ ਹੀ ਪ੍ਰੇਮ ਨੂੰ, ਪਿਆਰ ਨੂੰ ਬਰਕਰਾਰ ਰੱਖਣ ਵਾਸਤੇ ਡਰ ਦੀ ਲੋੜ ਹੈ। ਭੈ ਭਾਏ ਸ਼ਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ। ਗੁਰੂ ਦੀ ਕਿਰਪਾ ਲੈ ਕੇ ਫਿਰ ਇਹ ਜੀਵ ਜਿਹੜਾ ਹੈ ਆਪਣੇ ਮਾਲਕ ਦਾ ਮਹਿਲ ਘਰ, ਭਾਵ ਸੱਚਖੰਡ ਪਰਮੇਸ਼ਰ ਜਿੱਥੇ ਵਸਦਾ, ਉੱਥੋਂ ਦੀ ਇਹ ਰੂਹ ਵਾਸੀ ਹੈ। ਦੁਨੀਆ ਤਾਂ ਪੇਕੇ ਆ, ਅਸੀਂ ਪੇਕਿਆਂ ਵਿੱਚ ਆ ਕੇ ਜੀ ਲਾ ਲਿਆ ਤੇ ਸਹੁਰੇ ਜਾਣਾ ਹੀ ਪੈਣਾ, ਭਾਵ ਮੌਤ ਸਭ ਦੀ ਹੋਣੀ ਆ, ਜੀਵ ਨੂੰ ਇੱਥੋਂ ਜਾਣਾ ਪੈਣਾ। ਅਸੀਂ ਇਹਨਾਂ ਪੇਕਿਆਂ ਵਿੱਚ ਜੀ ਲਾ ਲਿਆ, ਮਾਲਕ ਨੂੰ ਭੁੱਲ ਗਏ। ਜਿਹੜੇ ਉਹ ਦੁਖੀ ਹੁੰਦੇ ਆ, ਜਿਹੜੇ ਪੇਕਿਆਂ ਵਿੱਚ ਰਹਿੰਦੇ ਮਾਲਕ ਨੂੰ ਯਾਦ ਕਰਦੇ ਆ, ਇੱਕ ਦਿਨ ਸਮਾਂ ਆਉਂਦਾ, ਏਕ ਚੀਤ ਜੇ ਇੱਕ ਚਿਨ ਧਿਆਇਓ, ਕਾਲ ਫਸ ਕੇ ਬੀਚ ਨ ਆਇਓ। ਜਿਨ੍ਹਾਂ ਨੇ ਇੱਕ ਚਿੱਤ ਇੱਕ ਮਨ ਹੋ ਕੇ ਉਸ ਮਾਲਕ ਨੂੰ ਸਿਮਰਿਆ, ਮਰਦੇ ਮਰਦੇ ਵੀ ਯਾਦ ਕਰ ਲਿਆ। ਬਚਾਓ ਨਾਨਕ, ਜਿਵੇਂ ਮਰਦਾਨੇ ਨੇ ਯਾਦ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੈਂ ਉਦੋਂ ਵੀ ਬਚਾ ਲੂੰਗਾ ਜੇ ਤੂੰ ਮਰਦਾ ਹੋਇਆ ਵੀ ਮੈਨੂੰ ਆਵਾਜ਼ ਮਾਰ ਲੈ। ਜਿਵੇਂ ਅਜਾਮਲ ਨੇ ਆਵਾਜ਼ ਮਾਰੀ, ਨਾਰਾਇਣ ਬਚਾਓ, ਤੇ ਪਰਮੇਸ਼ਰ ਨੂੰ ਆਪਣੇ ਦੇਵਗਣ ਭੇਜਣੇ ਪਏ। ਗੁਰੂ ਗੋਬਿੰਦ ਸਿੰਘ ਜੀ ਵਾਅਦਾ ਕਰਦੇ ਆ, ਏਕ ਚੀਤ ਜੇ ਇੱਕ ਛਿਣ ਧਿਆਇਓ। ਉਹ ਛਿਣ ਜਦੋਂ ਮੌਤ ਹੋਣੀ ਆ, ਜਦੋਂ ਸਰੀਰ ਤਿਆਗਣਾ ਤੂੰ, ਉਦੋਂ ਮੈਨੂੰ ਆਵਾਜ਼ ਮਾਰ ਲਈ। ਪਰ ਉਦੋਂ ਆਵਾਜ਼ ਤਾਂ ਹੀ ਮਾਰਾਂਗੇ ਜੇ ਪਹਿਲਾਂ ਮਾਰਨ ਦੀ ਆਦਤ ਪਈ ਹੋਊ। ਕਹੋ ਸਤਨਾਮ। ਜੇ ਪਹਿਲਾਂ ਸੰਸਾਰ ਦੇ ਸਵਾਦਾਂ ਵਿੱਚ, ਰਸਾਂ ਕਸਾਂ ਵਿੱਚ ਬੰਦਾ ਉਲਝਿਆ ਹੋਵੇਗਾ, ਮੋਹ ਮਮਤਾ ਵਿੱਚ ਫਸਿਆ ਹੋਵੇਗਾ, ਧੀਆਂ ਪੁੱਤਰਾਂ ਵਿੱਚ, ਕੋਠੀਆਂ ਕਾਰਾਂ ਮਹਿਲਾਂ ਦੇ ਵਿੱਚ, ਮਾਇਆ ਦੇ ਵਿੱਚ ਉਲਝਿਆ ਹੋਵੇਗਾ, ਤੇ ਫਿਰ ਮਰਨ ਵੇਲੇ ਉਹੀ ਯਾਦ ਆਵੇਗਾ। ਕਿਉਂਕਿ ਸਾਨੂੰ ਮੌਤ ਦੇ ਸਮੇਂ ਦਾ ਨਹੀਂ ਪਤਾ, ਇਸੇ ਕਰਕੇ ਸਾਨੂੰ ਹਰ ਵੇਲੇ ਸਿਮਰਨ ਕਰਨ ਦਾ ਹੁਕਮ ਹੋਇਆ। ਇਹ ਨਹੀਂ ਪਤਾ ਕਿਹੜਾ ਸਵਾਸ ਆਖਰੀ ਹੋਵੇ। ਤੇ ਉਹ ਆਖਰੀ ਸਵਾਸ ਵਿੱਚ ਮਾਲਕ ਨੂੰ ਯਾਦ ਕਰ ਲਿਆ ਤੇ ਗਣਕਾਂ ਵਰਗੀਆਂ ਪਾਪਣਾ ਵੀ ਤਰ ਗਈਆਂ। ਉਹਨਾਂ ਨੇ ਆਖਰੀ ਵੇਲੇ ਯਾਦ ਕਰ ਲਿਆ। ਕੋਈ ਸਾਧੂ, ਕੋਈ ਰਿਸ਼ੀ ਮੁਨੀ ਉਹਨੂੰ ਆਦਤ ਪਾ ਗਿਆ ਜਪਣ ਦੀ। ਸੁਬਹ ਸ਼ਾਮ ਜਪਾਉਣ ਲੱਗੀ, ਤੋਤੇ ਨੂੰ ਵੀ ਤੇ ਆਪ ਵੀ ਜਪਣ ਲੱਗੀ। ਤੇ ਪਰਮੇਸ਼ਰ ਨੇ ਕਿਰਪਾ ਕੀਤੀ, ਉਹਦਾ ਮੌਤ ਦਾ ਸਮਾਂ ਵੀ ਉਹ ਬਣਾਤਾ ਜਦੋਂ ਜਪ ਰਹੀ ਸੀ। ਤੋਤੇ ਨੂੰ ਕਹਿ ਰਹੀ ਸੀ, ਗੰਗਾ ਰਾਮ ਜਪੋ ਰਾਮ ਰਾਮ। ਰੋਜ਼ਾਨਾ ਇਹ ਆਦਤ ਪਈ ਹੋਈ ਸੀ। ਸਾਧੂ ਨੇ ਕਿਹਾ ਸੀ, ਬਸ ਸੁਬਹ ਸ਼ਾਮ ਤੂੰ 2 ਘੰਟੇ ਕੱਢ ਲਿਆ ਕਰ, ਨਹਾ ਧੋ ਕੇ ਨਾ ਆਹ ਤੋਤਾ ਰੱਖ ਲਾ ਪਿੰਜਰਾ, ਇਹ ਰਾਮ ਰਾਮ ਜਪਦਾ ਤੇ ਤੂੰ ਇਹਨੂੰ ਰਾਮ ਰਾਮ ਜਪਾਇਆ ਕਰ। ਕਿਉਂਕਿ ਪਾਪੀਆਂ ਤੋਂ ਨਾਮ ਜਪਣਾ ਬਹੁਤ ਮੁਸ਼ਕਲ ਹੈ। ਸਾਧੂ ਕੋਈ ਜੁਗਤੀ ਬਣਾ ਦਿੰਦੇ ਆ ਵੀ ਇਹ ਕਿਵੇਂ ਰਾਮ ਕਵੇ। ਅਜਾਮਲ ਦੇ ਪੁੱਤਰ ਦਾ ਨਾਮ ਰਾਮ ਰਖਾ, ਆਪਣਾ ਨਰੈਣ ਰਖਵਾ ਦਿੱਤਾ ਵੀ ਤੂੰ ਇਹਨੂੰ ਨਰੈਣ ਕਹਿ ਕੇ ਆਵਾਜ਼ਾਂ ਮਾਰਿਆ ਕਰ, ਰੱਬ ਨੂੰ ਲਾਜ ਆ ਜਾਊਗੀ ਮੇਰਾ ਨਾਮ ਲੈਂਦਾ। ਇਸੇ ਤਰ੍ਹਾਂ ਹੀ ਗਣਕਾ ਦੀ ਡਿਊਟੀ ਲਾਤੀ ਤੇ ਗਣਕਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੀ ਆ ਔਰ ਇਸ਼ਨਾਨ ਕਰਦੀ ਆ, ਭੋਜਨ ਤਿਆਰ ਕਰਦੀ ਆ ਤੋਤੇ ਵਾਸਤੇ, ਨਾਲੇ ਉਹਨੂੰ ਭੋਜਨ ਛਕਾਉਂਦੀ ਆ, ਨਾਲੇ ਬੈਠੀ ਬੋਲੀ ਜਾਂਦੀ ਆ, ਗੰਗਾ ਰਾਮ ਕਹੋ ਰਾਮ ਰਾਮ। ਤਾਂ ਇਸ ਤਰ੍ਹਾਂ ਕਹਿੰਦੇ ਆ ਇੱਕ ਦਿਨ ਉਹ ਦਿਨ ਆਇਆ ਜਦੋਂ ਇਹਦੀ ਮੌਤ ਦਾ ਸਮਾਂ ਸੀ ਤੇ ਪਰਮੇਸ਼ਰ ਨੇ ਆ ਜੁਗਤ ਬਣਾਈ। ਫਿਰ ਪਰਮੇਸ਼ਰ ਨੇ ਕਿਰਪਾ ਕੀਤੀ। ਜਦ ਗੁਰੂ ਕਿਰਪਾ ਕਰਦਾ ਫਿਰ ਰੱਬ ਵੀ ਕਿਰਪਾ ਕਰਦਾ। ਅੱਜ ਲਾਈਟ ਦੀਵਾ ਹਨੇਰੀ ਝੱਖੜ ਆਇਆ, ਬੁਝ ਗਿਆ, ਸਭ ਕੁਝ ਹਨੇਰਾ ਹੋ ਗਿਆ। ਉਦੋਂ ਆਹ ਲਾਈਟਾਂ ਤਾਂ ਨਹੀਂ ਸੀ ਹੁੰਦੀਆਂ, ਦੀਵੇ ਹੁੰਦੇ ਸੀ, ਉਹ ਹਨੇਰੀ ਝੱਖੜ ਕਾਰਨ ਬੁਝ ਗਏ। ਹਨੇਰੇ ਦੇ ਵਿੱਚ ਹੀ ਤੋਤੇ ਦੇ ਕੋਲ ਆਈ, ਪਿੰਜਰੇ ਕੋਲ ਬਹਿ ਗਈ ਔਰ ਬੈਠ ਕੇ ਕਹਿੰਦੀ, ਗੰਗਾ ਰਾਮ ਕਹੋ ਰਾਮ ਰਾਮ। ਉਹ ਅੱਗੋਂ ਬੋਲਿਆ ਹੀ ਨਹੀਂ ਗਾ।
ਤਿੰਨ ਚਾਰ ਆਵਾਜ਼ਾਂ ਮਾਰੀਆਂ ਉਹ ਤਾਂ ਨਾਲ ਦੀ ਨਾਲ ਚੱਲ ਪੈਂਦਾ ਸੀਗਾ, ਪਰ ਅੱਜ ਬਾਰ-ਬਾਰ ਕਹਿੰਦੀ ਹੈ ਗੰਗਾ ਰਾਮ ਕਹੋ ਰਾਮ ਰਾਮ, ਬੋਲਿਆ ਨਾ। ਇਹਨੇ ਉਸੇ ਹਨੇਰੇ ਦੇ ਵਿੱਚ ਹੀ ਪਿੰਜਰੇ ਦਾ ਗੇਟ ਖੋਲ੍ਹਿਆ, ਵਿੱਚ ਹੱਥ ਪਾ ਕੇ ਦੇਖਿਆ ਵੀ ਤੋਤਾ ਵਿੱਚ ਹੈ ਕਿ ਨਹੀਂ ਹੈ। ਜਦ ਵਿੱਚ ਹੱਥ ਪਾਇਆ ਤੇ ਹੱਥ ਉੱਤੇ ਇੱਕ ਡੰਗ ਵੱਜਿਆ ਕਾਲੇ ਨਾਗ ਦਾ। ਤੋਤਾ ਮਰ ਗਿਆ ਸੀ, ਅਸਲ ਵਿੱਚ ਤੋਤਾ ਅੰਦਰੇ ਸੀਗਾ, ਉਹਦੇ ਵਿੱਚ ਇੱਕ ਸੱਪ ਬੈਠਾ ਸੀ, ਸੱਪ ਨੇ ਤੋਤੇ ਨੂੰ ਡੰਗ ਮਾਰਿਆ, ਤੋਤਾ ਮਰ ਗਿਆ। ਤੋਤਾ ਬੋਲਿਆ ਨਹੀਂ, ਇਹਨੇ ਵਿੱਚ ਹੱਥ ਪਾਇਆ, ਗੰਗਾ ਰਾਮ ਕਹੋ ਰਾਮ 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 ਕਹਿੰਦੇ ਆ। ਜਦੋਂ ਹੱਥ ਪਾਇਆ ਤੇ ਉਧਰੋਂ ਡੰਗ ਮਾਰਿਆ ਕਾਲੇ ਨਾਗ ਨੇ। ਕਾਲੇ ਨਾਗ ਦੇ ਡੰਗ ਨਾਲ ਹੀ ਮੌਤ ਨੂੰ, ਕਿਉਂਕਿ ਪਾਪਣ ਵੱਡੀ ਸੀਗੀ, ਪਾਪਣ ਵੱਡੀ ਸੀ, ਉਹਦੀ ਮੌਤ ਉੱਦਾਂ ਹੀ ਹੋਣੀ ਸੀ, ਪਰ ਉਸ ਵੇਲੇ ਉਹ ਰਾਮ ਰਾਮ ਕਹਿ ਰਹੀ ਸੀਗੀ। ਚੜ੍ਹ ਕਰ ਗਈ ਭਗਵਾਨ ਨੂੰ, ਨਰਕਾਂ ਵਿੱਚ ਨਾ ਖਾਧੋ ਸੋ ਗੋਤਾ। ਰੂਹ ਨਿਕਲ ਗਈ। ਮੌਤ ਸੱਪ ਦੇ ਡੰਗ ਨਾਲ ਹੀ ਹੋਈ ਹੈ, ਕਿਉਂਕਿ ਮਾੜੇ ਬੰਦੇ ਦੀ ਮੌਤ ਇਸੇ ਤਰ੍ਹਾਂ ਹੁੰਦੀ ਆ। ਕੋਈ ਫਾਂਸੀ ਲੈ ਲੈਂਦਾ, ਕੋਈ ਆਤਮ ਹੱਤਿਆ ਕਰ ਲੈਂਦਾ, ਗੱਡੀ ਥੱਲੇ ਆ ਜਾਂਦਾ, ਕੋਈ ਪਾਣੀ 'ਚ ਡੁੱਬ ਜਾਂਦਾ। ਇਹ ਪਾਪਾਂ ਵਾਲਿਆਂ ਦੀ ਮੌਤ ਆ। ਨਾਮ ਜਪਣ ਵਾਲਿਆਂ ਦੀ ਮੌਤ ਸਹਿਜ ਸੁਭਾਅ ਹੁੰਦੀ ਆ। ਕਈ ਵਾਰੀ ਨਾਮ ਜਪਦੇ ਜਪਦੇ ਸਰੀਰ ਤਿਆਗਦੇ ਆ। ਹੁਣ ਇਹ ਪਾਪਾਂ ਦੇ ਕਾਰਨ ਦੀ ਮੌਤ ਤਾਂ ਉਵੇਂ ਹੋਣੀ ਸੀਗੀ। ਕਾਲੇ ਨਾਗ ਨੇ ਡੰਗ ਮਾਰਿਆ, ਪਰ ਉਸ ਵੇਲੇ ਕਹਿ ਰਹੀ ਸੀ ਗੰਗਾ ਰਾਮ ਕਹੋ ਰਾਮ ਰਾਮ। ਚੜ੍ਹ ਕਰ ਗਈ ਭਗਵਾਨ ਨੂੰ, ਨਰਕਾਂ ਵਿੱਚ ਨਾ ਖਾਧੋ ਸੋ ਗੋਤਾ। तो परमेश्वर ने ऐसी जुगत बनाती, वो जोगी दे साधु दे नाम की लाज रखण वास्ते परमेश्वर ने अखीरी ते गणका का उधार कर दिता। शब्द मरै सो मोआ जापै, पर उन मौत नहीं मार सकती। फिर काल न चापै दुख न संतापै। प्रीतम जी अज दे बचन विच कह रहे हैं, ਉਹ ਗੁਰਮੁਖ ਜਿਹੜੇ ਸ਼ਬਦ ਨਾਲ ਮਰ ਜਾਂਦੇ ਆ, ਉਹਨਾਂ ਦਾ ਸ਼ਿੰਗਾਰ ਆ ਸੰਸਾਰੀ ਗਹਿਣੇ ਨਹੀਂ ਹੁੰਦਾ। ਉਹਨਾਂ ਦਾ ਸੰਸਾਰ ਕੋਈ, ਉਹਨਾਂ ਦਾ ਸ਼ਿੰਗਾਰ ਹੈ ਜਿਹੜਾ ਕੋਈ ਸੋਹਣੇ ਕੱਪੜੇ ਸੋਨਾ ਚਾਂਦੀ ਨਹੀਂ ਹੁੰਦਾ। ਉਹਨਾਂ ਦਾ ਸ਼ਿੰਗਾਰ ਹੁੰਦਾ ਗੁਰੂ ਦਾ ਡਰ ਤੇ ਗੁਰੂ ਦਾ ਭੈ ਤੇ ਪ੍ਰੇਮ। ਭਾਂਡਾ ਭਾਓ, ਭਾਂਡਾ ਭਾਓ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਜਪਜੀ ਸਾਹਿਬ ਦਾ ਸ਼ਲੋਕ ਪਿਛਲੀ ਪੌੜੀ। ਜਦੋਂ ਸਿੱਖ ਦੇ ਅੰਦਰ ਭੈ ਪੈਦਾ ਹੋ ਗਿਆ ਤੇ ਇਹਦਾ ਹਿਰਦਾ ਜਿਹੜਾ ਇਹਦੇ ਭਾਂਡਾ ਬਣ ਜਾਣਾ ਪ੍ਰੇਮ ਦਾ, ਫਿਰ ਨਾਮ ਜਦ ਜਪ ਜਪ ਕੇ ਇਹਦੇ ਵਿੱਚ ਪਾਉਣਾ ਤੇ ਉਹਦੇ ਵਿੱਚੋਂ ਗਿਆਨ ਦੀ ਟਕਸਾਲ ਪ੍ਰੈਸ ਲੱਗ ਜਾਣੀ ਹੈ। ਜਿਵੇਂ ਪ੍ਰੈਸ ਵਿੱਚ ਅਖਬਾਰ ਛਪਦੇ ਆ ਨਾ, ਫਿਰ ਉਹਦੇ ਦਿਮਾਗ 'ਚੋਂ ਗਿਆਨ ਦੇ ਸ਼ਬਦ ਨਿਕਲਣਗੇ ਇੰਨੇ ਕਿ ਗਿਣੇ ਨਹੀਂ ਜਾ ਸਕਦੇ। ਕਹੋ ਸਤਨਾਮ ਸ੍ਰੀ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਭਉ ਖੱਲਾ ਆਗਣ ਤਪਤਾਓ। ਖੱਲ ਹੁੰਦੀ ਹੈ ਧੌਂਕਣੀ, ਜਿਹਦੇ ਨਾਲ ਲੋਹਾਰ ਤੇ ਸੁਨਿਆਰ ਹਵਾ ਮਾਰ ਕੇ ਭੱਠੀ ਤੇਜ਼ ਕਰਦੇ ਸੀਗੇ। ਖੱਲ ਦੀ ਬਣਾਈ ਹੁੰਦੀ ਆ। ਹੁਣ ਚੱਕਦੇ ਆ, ਹਵਾ ਭਰ ਜਾਂਦੀ ਆ, ਦੱਬਦੇ ਆ ਤੇ ਹਵਾ ਪ੍ਰੈਸ਼ਰ ਨਾਲ ਅੱਗ 'ਚ ਵੱਜਦੀ, ਅੱਗ ਤੇਜ਼ ਹੋ ਜਾਂਦੀ ਆ। ਅੱਜ ਕੱਲ੍ਹ ਪੱਖੇ ਬਣ ਗਏ ਹੱਥ ਵਾਲੇ, ਫਿਰ ਬਿਜਲੀ ਵਾਲੇ ਬਣ ਗਏ ਹੁਣ। ਤੋ ਭਾਂਡਾ ਭਾਓ ਅੰਮ੍ਰਿਤ ਢਾਲ। ਭਉ ਖੱਲਾ, ਇੱਥੇ ਡਰ ਦੇ ਨਾਲ ਪ੍ਰੇਮ ਵੱਧ ਹੈ, ਉੱਥੇ ਖਲ ਦੇ ਨਾਲ ਪ੍ਰੈਸ਼ਰ ਵੱਜਦਾ ਤੇ ਅੱਗ ਤੇਜ਼ ਹੁੰਦੀ ਹੈ। ਇੱਧਰ ਬ੍ਰਹਮ ਅਗਨੀ ਤੇਜ਼ ਹੁੰਦੀ ਹੈ ਨਾਮ ਜਪਿਆ ਡਰ ਦੇ ਵਿੱਚ ਰਹਿ ਕੇ। ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਢਾਲ। ਸੁਨਿਆਰਾ ਫਿਰ ਉਸ ਅੱਗ ਨੂੰ ਤੇਜ਼ ਕਰ ਕਰਕੇ ਸੋਨਾ ਢਾਲਦਾ ਹੈ ਤੇ ਸੋਨੇ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਨਿਗਾਹ ਰੱਖਦਾ, ਕਿਉਂਕਿ ਬੜਾ ਕੀਮਤੀ ਚੀਜ਼ ਹੈ ਤੇ ਸੋਨੇ ਤੋਂ ਕੀਮਤੀ ਸਾਡਾ ਜੀਵਨ ਹੈ। ਕਹੋ ਸਤਨਾਮ। ਸੋਨੇ ਤੋਂ ਵੀ ਕੀਮਤੀ ਹੈ ਇਹ ਦੇਹ, ਸੋ ਕੰਚਨ ਚੰਗੜੀ ਆ, ਸੋਨੇ ਤੋਂ ਵੀ ਚੰਗੀ ਆ। ਤੇ ਜਿਸ ਵੇਲੇ ਸੋਨਾ ਢਲ ਜਾਂਦਾ ਅੱਗ ਦੇ ਵਿੱਚ, ਫਿਰ ਉਹਨੇ ਆਪਣੇ ਕੋਲ ਇੱਕ ਸੈਂਚਾ ਰੱਖਿਆ। ਜਿਵੇਂ ਭਰਤੀ ਦੀਆਂ ਛਾਪਾਂ ਬਣਦੀਆਂ, ਭਰਤੀ ਦੇ ਗਹਿਣੇ ਬਣਦੇ ਆ, ਔਰ ਭਰਤੀ ਦੇ ਨਾਲ ਜ਼ਿਮੀਂਦਾਰਾਂ ਦੇ ਸੰਦ ਬਣਦੇ ਆ ਲੋਹੇ ਦੇ। ਉਹ ਵੱਡਾ ਸਿਸਟਮ ਹੈ, ਸੁਨਿਆਰ ਦੀ ਛੋਟੀ ਜਿਹੀ ਭੱਠੀ ਆ। ਤੇ ਉਹ ਚੱਕ ਕੇ ਫਿਰ ਗੁਠਾਲੀ ਨੂੰ ਬੋਝ ਕੇ ਪ੍ਰੇਮ ਨਾਲ ਉਹ ਸੈਂਚੇ 'ਚ ਪਾ ਦਿੰਦਾ, ਢਲੇ ਹੋਏ ਸੋਨੇ ਨੂੰ, ਪਾਣੀ ਵਰਗੇ ਪਿੰਗਲੇ ਨੂੰ। ਤੇ ਉਹਦੇ ਵਿੱਚ ਜਾ ਕੇ ਉਹ ਠੰਡਾ ਹੋ ਜਾਂਦਾ ਤੇ ਉਹ ਸ਼ੇਪ ਲੈ ਲੈਂਦਾ ਜਿਹੋ ਜਿਹਾ ਸੈਂਚਾ ਹੁੰਦਾ, ਉਹੋ ਜਿਹੀ ਸ਼ੇਪ ਦਾ ਉਹ 'ਚੋਂ ਗਹਿਣਾ ਬਣ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਹਿਰਦੇ ਦੇ ਵਿੱਚ ਜਦੋਂ ਗੁਰੂ ਦਾ ਪ੍ਰੇਮ ਵਸ ਗਿਆ, ਭਾਂਡਾ ਭਾਓ
ਤੇ ਜਿਹੜਾ ਅਸੀਂ ਨਾਮ ਜਪਾਂਗੇ ਉਹ ਇਸ ਭਾਂਡੇ ਵਿੱਚ ਜਾਊਗਾ ਤੇ ਅੰਮ੍ਰਿਤ ਬਣ ਕੇ ਡਿੱਗੂਗਾ। ਕਹੋ ਸਤਨਾਮ ਸ੍ਰੀ। ਨਾਮ ਜਪਿਆ ਅੰਮ੍ਰਿਤ ਪੈਦਾ ਹੋਵੇਗਾ। ਉਹ ਕਿਣਕਾ ਏਕ, ਉਹ ਕਿਣਕਾ ਜਿਹੜਾ ਨਾਮ ਜਪਿਆ ਪੈਦਾ ਹੋਣਾ ਹੈ। ਕਿਣਕਾ ਏਕ ਜੇ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਫਿਰ ਉਹ ਕਿਣਕਾ ਸਾਡੇ ਹਿਰਦੇ ਰੂਪੀ ਫਰਮੇ ਵਿੱਚ ਡਿੱਗੂਗਾ, ਸੈਂਚੇ 'ਚ ਡਿੱਗੂਗਾ। ਫਿਰ ਇੱਥੋਂ ਗਿਆਨ ਦਾ ਪੌਦਾ ਪੈਦਾ ਹੁੰਦਾ, ਬ੍ਰਹਮ ਗਿਆਨ ਦਾ। ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੇ ਸ਼ਲੋਕ ਵਿੱਚ ਲਿਖ, ਆਪਣਾ ਜਪਜੀ ਸਾਹਿਬ 'ਚ ਲਿਖ ਦਿੱਤਾ, ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ। ਆ ਸਾਰੀ ਗੁਰਬਾਣੀ ਉੱਥੋਂ ਹੀ ਘੜੀ ਗਈ ਆ, ਸਾਰੇ ਸ਼ਬਦ ਉੱਥੋਂ ਹੀ ਉਚਰੇ ਆ। ਕਿੰਨੇ ਸ਼ਬਦ ਨਿਕਲੇ, 1430 ਅੰਗਾਂ 'ਤੇ ਤਾਂ ਲਿਖ ਦਿੱਤੇ, ਪਰ ਨਿਕਲੇ ਇਦੋਂ ਵੀ ਬਹੁਤ ਜ਼ਿਆਦੇ ਆ, ਮੁੱਕੇ ਹੀ ਨਹੀਂ ਫਿਰ ਤਾਂ। ਟਕਸਾਲ ਮਤਲਬ ਪ੍ਰੈਸ। ਟਕਸਾਲ ਜਿਵੇਂ ਦਮਦਮੀ ਟਕਸਾਲ ਹੈ, ਉੱਥੋਂ ਗ੍ਰੰਥੀ ਬਣਾਏ ਜਾਂਦੇ ਆ, ਰਾਗੀ ਬਣਾਏ ਜਾਂਦੇ ਆ, ਪ੍ਰਚਾਰਕ ਬਣਾਏ ਜਾਂਦੇ ਆ। ਕਿਸੇ ਫੈਕਟਰੀ ਨੂੰ ਵੀ ਟਕਸਾਲ ਕਹਿੰਦੇ ਆ, ਜਿੱਥੋਂ ਮਸ਼ੀਨਾਂ ਬਣਦੀਆਂ ਇੱਕੋ ਤਰ੍ਹਾਂ ਦੀਆਂ। ਕਿਸੇ ਪ੍ਰੈਸ ਨੂੰ ਵੀ ਟਕਸਾਲ ਕਹਿੰਦੇ ਆ, ਜਿੱਥੋਂ ਕਿਤਾਬਾਂ ਛਪਦੀਆਂ, ਅਖਬਾਰ ਛਪਦੇ ਆ। ਅਤੇ ਮਨੁੱਖ ਦਾ ਦਿਮਾਗ ਟਕਸਾਲ ਬਣ ਜਾਂਦਾ। ਇਹਦੇ ਵਿੱਚੋਂ ਪਤਾ ਨਹੀਂ ਗਿਆਨ ਦੇ ਕਿੰਨੇ ਸ਼ਬਦ ਨਿਕਲੇ ਹੋਣ। ਫਿਰ ਕਹੋ ਸਤਨਾਮ ਸ੍ਰੀ। ਘੜੀ ਹੈ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਗੁਰੂ ਦੀ ਕਿਰਪਾ ਦ੍ਰਿਸ਼ਟੀ। ਆਹ ਦੇਖੋ ਅੱਗੇ ਲਿਖਿਆ ਚੌਥੇ ਪਦੇ ਵਿੱਚ, ਭੈ ਭਾਏ ਸ਼ਿੰਗਾਰ ਬਨਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ। ਜਦੋਂ ਐਸਾ ਸ਼ਿੰਗਾਰ ਸਾਡੀ ਜੀਵ ਆਤਮਾ ਕਰੇਗੀ ਡਰ ਦਾ ਅਤੇ ਪ੍ਰੇਮ ਦਾ, ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹਨੂੰ ਆਪਣੇ ਪਤੀ ਮਾਲਕ ਪਰਮੇਸ਼ਰ ਦਾ ਘਰ ਮਿਲੇਗਾ। ਗੁਰ ਪ੍ਰਸਾਦੀ ਮਹਿਲ ਘਰ ਪਾਏ, ਅਨ ਦਿਨ ਸਦਾ ਰਵੈ ਦਿਨ ਰਾਤੀ। ਫਿਰ ਆਪਣੇ ਮਾਲਕ ਦੇ ਘਰ ਜਾ ਕੇ ਦਿਨ ਰਾਤ ਉਹਦੇ ਆਨੰਦ ਵਿੱਚ ਮਸਤ ਹੋਵੇਗੀ। ਕਬੀਰ ਸਾਹਿਬ ਜੀ ਇਸ ਵਿਸ਼ੇ 'ਤੇ ਕਹਿੰਦੇ, ਜੇ ਤੈਨੂੰ ਖੇਡਣ ਦਾ ਚਾਅ ਨਾ ਤਾਂ ਪਾਕੇ ਸੇਤੀ ਖੇਲ। ਖੇਲਣਾ ਹੈ ਮਤਲਬ ਸਤਸੰਗ ਕਰਨਾ। ਖੇਡਣਾ, ਬੱਚੇ ਖੇਡ ਕੇ ਆਨੰਦ ਲੈਂਦੇ ਆ, ਸਿੱਖ ਸੰਗਤ ਵਿੱਚ ਬੈਠ ਕੇ ਆਨੰਦ ਲੈਂਦਾ। ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੇ, ਨਾ ਖਲ ਭਈ ਨਾ ਤੇਲ। ਜਿੰਨਾ ਚਿਰ ਸਰੋਂ 5-6 ਮਹੀਨੇ ਸਾਲ ਦੇ ਵਿੱਚ ਘਰੇ ਬੈਠੀ ਪਈ ਸੁੱਕ ਨਹੀਂ ਨਾ ਜਾਂਦੀ, ਉਹਨਾਂ ਚਿਰ ਤੇਲ ਨਹੀਂ ਨਿਕਲਦਾ। ਤਾਜ਼ੀ ਸਰੋਂ 'ਚ ਤੇਲ ਨਹੀਂ ਨਿਕਲਦਾ ਕਦੇ ਵੀ। ਕਹੋ ਸਤਨਾਮ ਸ੍ਰੀ। ਜ਼ਿਮੀਂਦਾਰ ਜਦੋਂ ਕੱਢ ਕੇ ਲਿਆਉਂਦਾ ਨਾ, ਕੱਚੀ ਹੁੰਦੀ ਆ, ਉਹ ਤੇਲ ਨਹੀਂ ਬਣਦਾ ਗਾ। ਉਹ ਘਰੇ ਪਈ ਰਹੂਗੀ ਆ ਕੇ, ਜਦ ਸੁੱਕ ਜਾਵੇਗੀ ਫਿਰ ਉਹ 'ਚੋਂ ਤੇਲ ਨਿਕਲੇਗਾ। ਇਸੇ ਤਰ੍ਹਾਂ ਹੀ ਨਾਮ ਜਪਣ ਵਾਲੀਆਂ ਰੂਹਾਂ ਜਿਹੜੀਆਂ ਲੰਮਾ ਸਮਾਂ ਨਾਮ ਜਪਦੀਆਂ, ਉਹਨਾਂ ਅੰਦਰ ਬ੍ਰਹਮ ਗਿਆਨ ਹੁੰਦਾ, ਤਾਂ ਉਹਨਾਂ ਦੀ ਸੰਗਤ ਕਰਨਾ। ਅਤੇ ਫਿਰ ਉਹਨਾਂ ਦੀ ਸੰਗਤ ਕਰਦਾ ਕਰਦਾ ਬੇਪਰਵਾਹ ਹੋ ਜਾ। ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਤਾਂ ਹੋਏ। ਫਿਰ ਤੇਲ ਡੁੱਲ ਜੇ, ਘਿਓ ਡੁੱਲ ਜੇ, ਪਾਣੀ ਡੁੱਲ ਜੇ, ਫਿਰ ਬੇਪਰਵਾਹ ਹੋ ਜਾ। ਕਹੋ ਸਤਨਾਮ ਸ੍ਰੀ। ਇੰਨਾ ਬੇਪਰਵਾਹ ਹੋ ਜਾ ਕਿ ਫਿਰ ਤੂੰ ਪਰਵਾਹ ਨਾ ਕਰ, ਉਸ ਮਸਤੀ ਨੂੰ ਨਾ ਛੱਡ ਜਿਹੜੀ ਤੈਨੂੰ ਸਾਧੂਆਂ ਦੀ, ਨਾਮ ਜਪਣ ਵਾਲੀਆਂ ਰੂਹਾਂ ਬ੍ਰਹਮ ਗਿਆਨੀਆਂ ਦੀ ਸੰਗਤ ਜੋ ਮਿਲਣੀ ਹੈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਫਿਰ ਮਾਲਕ ਦਾ ਮਹਿਲ ਮਿਲ ਜਾਵੇਗਾ, ਘਰ ਮਿਲ ਜਾਵੇਗਾ। ਜਿਵੇਂ ਕੋਈ ਬੱਚੀ ਜਦ ਸ਼ਾਦੀ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ, ਪੇਕਿਆਂ ਨੂੰ ਛੱਡ ਕੇ, ਭੈਣਾਂ ਭਰਾਵਾਂ ਨੂੰ ਛੱਡ ਕਰਕੇ ਜਿਸ ਵੇਲੇ ਉਹ ਜਾਂਦੀ ਆ ਇਕੱਲੀ, ਪਿੱਛੇ ਸਭ ਕੁਝ ਤਿਆਗਤਾ, ਤਾਂ ਪਤੀ ਦੇ ਘਰ ਗਈ ਅਤੇ ਪਤੀ ਦੇ ਘਰ ਦੀ ਮਾਲਕਣ ਬਣ ਗਈ, ਉਹਦਾ ਆਪ ਦਾ ਘਰ ਬਣ ਗਿਆ। ਇੱਥੇ ਜੇ ਮਾਮਿਆਂ ਨੂੰ ਕਹੋ ਭਾਈ ਕੁੜੀ ਰੱਖ ਲਓ ਘਰੇ, ਭਾਈ ਕਿੰਨੇ ਕੁ ਦਿਨ, 4 ਦਿਨ ਛੱਡ ਜਾਓ। ਨਾ ਨਾਨਕੇ ਰੱਖ ਸਕਦੇ ਆ, ਨਾ ਦਾਦਕੇ ਰੱਖ ਸਕਦੇ ਆ, ਨਾ ਭੂਆ ਰੱਖ ਸਕਦੀ ਹੈ, ਨਾ ਮਾਸੀ ਰੱਖ ਸਕਦੀ ਹੈ। ਹਾਂ ਮੇਲਾ ਗੇਲਾ ਹੈ, ਪੱਕੀ ਦਿਨ ਰੱਖ ਸਕਦੇ, ਪੱਕੀ ਰਹਿ ਸਕਦੀ ਹੈ ਅਤੇ ਆਪਣੇ ਪਤੀ ਦੇ ਘਰ ਵਿੱਚ। ਕਹੋ ਸਤਨਾਮ। ਪਤੀ ਦਾ ਘਰ ਉਹਦਾ ਆਪਣਾ ਘਰ ਹੈ। ਉੱਥੋਂ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਤੇਰਾ ਘਰ ਨਹੀਂ। ਇਹ ਉਦਾਹਰਨ ਹੈ। ਇਹ ਜੀਵ ਆਤਮਾ ਸੰਸਾਰ ਦੀਆਂ 84 ਲੱਖ ਜੂਨਾਂ ਵਿੱਚ ਕੁਝ ਸਮਾਂ ਰਹਿ ਸਕਦੀ ਹੈ। ਮੱਛਰ ਦਾ ਬਹੁਤ ਛੋਟਾ ਉਮਰ ਹੈ, ਮੱਖੀ ਦੀ ਹੋਰ ਥੋੜ੍ਹੀ ਵੱਡੀ ਉਮਰ ਹੋਣੀ ਆ, ਉਸ ਤਰ੍ਹਾਂ ਪੰਛੀਆਂ ਦੀ ਉਮਰ ਵੱਡੀ ਹੋਣੀ ਆ, ਫਿਰ ਬਾਂਦਰਾਂ ਦੀ ਉਮਰ ਵੱਡੀ ਹੋਣੀ ਆ, ਫਿਰ ਪਸ਼ੂਆਂ ਦੀ ਉਮਰ ਉਦੋਂ ਵੱਡੀ ਹੋਣੀ ਆ ਥੋੜ੍ਹੀ, ਕੁੱਤਿਆਂ ਦੀ ਉਮਰ 20-25 ਸਾਲ ਹੈ। ਇਸ ਤਰ੍ਹਾਂ ਮਨੁੱਖ ਦੀ ਉਮਰ 100 ਸਾਲ ਹੈ। ਪਰ ਐਸਾ ਕੋਈ ਵੀ ਜਨਮ ਨਹੀਂ ਜਿਹਦੇ ਵਿੱਚ ਸਦਾ ਰਹਿ ਸਕਦਾ ਹੋਵੇ ਬੰਦਾ। ਕਹੋ ਸਤਨਾਮ। ਮਨੁੱਖ ਨੂੰ ਵੀ ਤਾਂ ਮਰਨਾ ਹੀ ਪੈਂਦਾ ਨਾ। ਮਾਰਕੰਡੇ ਰਿਸ਼ੀ ਦੀ 1,00,000 ਸਾਲ ਦੀ ਉਮਰ ਸੀ, ਉਹ ਵੀ ਮੁੱਕ ਗਈ।
ਭਰੇ ਖੂਹ ਮੁੱਕ ਜਾਂਦੇ ਆ ਜੇ ਖਜ਼ਾਨੇ 'ਚ ਦੁਬਾਰਾ ਨਾਮ ਨਾ ਸਮਾਨ ਨਾ ਪਾਇਆ ਜਾਵੇ। ਤੇ ਇਹ ਤਾਂ ਉਮਰ ਤਾਂ ਗਿਣਤੀ ਦੇ ਸਵਾਸ ਹੈ, ਆਪਾਂ ਨੂੰ ਪਤਾ ਨਹੀਂ ਵੀ ਕਿੰਨੇ ਆ, ਵੈਸੇ ਉਹ ਗਿਣੇ ਹੋਏ ਆ, ਇਹ ਘਟਦੇ ਜਾ ਰਹੇ ਆ ਤੇ ਇਹ ਇੱਕ ਦਿਨ ਮੁੱਕ ਜਾਣਾ ਹੈ। ਮਤਲਬ ਕਿ ਮਾਤ ਲੋਕ ਦੇ ਵਿੱਚ ਕੋਈ ਵੀ ਐਸਾ ਥਾਂ ਨਹੀਂ ਜਿੱਥੇ ਅਸੀਂ ਹਮੇਸ਼ਾ ਰਹਿ ਸਕੀਏ। ਇੱਥੋਂ ਜਾਣਾ ਪੈਣਾ ਛੱਡ ਕੇ ਸੰਸਾਰ ਨੂੰ। ਤੇ ਫਿਰ ਪੱਕਾ ਥਾਂ ਕਿਹੜਾ ਹੈ? ਸਹੁਰਿਆਂ ਦਾ। ਪੇਕੇ ਤਾਂ ਛੱਡਣੇ ਪੈਣੇ ਆ। 20 ਸਾਲ 'ਚ ਛੱਡ ਜਾਈਏ, 30 ਸਾਲ ਦੇ ਛੱਡ ਜਾਈਏ, 40 ਸਾਲ ਦੇ ਬਾਅਦ ਵਿਆਹ ਹੋ ਜੇ ਉਦੋਂ ਛੱਡ ਜਾਈਏ, ਵਿਆਹ ਤਾਂ ਹੋਣਾ ਹੀ ਇੱਕ ਦਿਨ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ, ਸਾਹੇ ਲਿਖੇ ਸਵਾਸ। ਉਹਦੇ ਸਾਹੇ ਚਿੱਠੀ ਹੁੰਦੀ ਹੈ ਵਿਆਹ ਦੀ, ਫਲਾਨੇ ਦਿਨ ਆਵਾਂਗੇ ਵਿਆਹ ਨੂੰ ਭਾਈ, ਦਿਨ ਪੱਕਾ ਕਰਤਾ ਫਲਾਨਾ। ਬਸ ਫਿਰ ਉੱਥੇ ਦਿਨ ਘਟਨੇ ਸ਼ੁਰੂ ਹੋ ਗਏ, ਜਿੱਦੇ ਲਿਖਤੀ ਡੇਟ। 1 ਘਟ ਗਿਆ, 2 ਘਟ ਗਏ, 10 ਘਟ ਗਏ, ਮਹੀਨਾ ਘਟ ਗਿਆ, ਅਖੀਰ ਬੱਝੇ ਹੋਏ ਦਿਨ ਪਹੁੰਚ ਗਏ ਤੇ ਲਾੜਾ ਵਿਆਹੁਣ ਆ ਗਿਆ। ਕਹੋ ਸਤਨਾਮ। ਇੱਧਰ ਮੌਤ ਦਾ ਲਾੜਾ ਵਿਆਹੁਣ ਆ ਜੂਗਾ ਜਿਹਦੇ ਦਿਨ ਪੂਰੇ ਹੋ ਗਏ। ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ। ਮਲਕ ਤੋਂ ਭਾਵ ਵੱਡੇ ਵੱਡੇ ਅਮੀਰ, ਮਲਕ ਭਾਗੋ ਵਰਗੇ, ਜਿਹੜੇ ਕਹਿੰਦੇ ਅਸੀਂ ਮਰਨਾ ਨਹੀਂ ਗਾ। ਰਾਜੇ ਸ਼ਾਹ ਸਿਕੰਦਰ ਵਰਗੇ, ਗੁਰੂ ਪਿਆਰਿਓ ਰਾਵਣ ਵਰਗੇ, ਕਹਿੰਦੇ ਸਭ ਕਬਜ਼ ਕਰ ਲਿਆ ਹੁਣ ਅਸੀਂ, ਪਰ ਮੌਤ ਉਹਨਾਂ ਦੇ ਵੀ ਕਾਬੂ ਨਹੀਂ ਆਈ। ਇਸ ਤਰ੍ਹਾਂ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡੋ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ। ਆਪਣੇ ਆਪ ਨੂੰ ਸਮਝਾਓ ਵੀ ਦਿਨ ਮੁੱਕਦੇ ਜਾਂਦੇ ਆ। ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾਓ ਵੀ ਜਾਣਾ ਹੈ। ਯਾਦ ਰੱਖੀਏ ਸਹੁਰਿਆਂ ਦੇ ਘਰ ਨੂੰ ਵੀ ਉੱਥੇ ਜਾਣਾ, ਉੱਥੇ ਸਾਡੀ ਮੁਕਤੀ ਹੈ, ਇੱਥੇ ਗਤੀ ਨਹੀਂ ਹੈ ਸਾਡੀ, ਇੱਥੇ ਰਹਿ ਨਹੀਂ ਸਕਦੇ। ਭੈ ਭਾਏ ਸ਼ਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਕਰ ਪਾਏ, ਆਨ ਦਿਨ ਸਦਾ ਰਵੈ ਦਿਨ ਰਾਤੀ, ਮਜੀਠੈ ਰੰਗ ਰੰਗਾਵਣਿਆ। ਜਿਨ੍ਹਾਂ ਨੇ ਨਾਮ ਦੇ ਲਾਲ ਰੰਗ ਨੂੰ, ਪੱਕੇ ਰੰਗ ਨੂੰ ਚੜ੍ਹਾ ਲਿਆ, ਉਹ ਹਮੇਸ਼ਾ ਮਾਲਕ ਦੇ ਵਿੱਚ ਰਹਿ ਕੇ ਆਨੰਦ ਮਾਣਦੀਆਂ। ਫਿਰ ਉੱਥੋਂ ਨਹੀਂ ਕੋਈ ਕਹਿੰਦਾ ਚੱਲ ਨਿਕਲ, ਉੱਥੇ ਉਹ ਰੂਹਾਂ ਫਿਰ ਨਾਮ ਜਪਦੀਆਂ ਬਿਨਾਂ ਸਰੀਰ ਤੋਂ। ਸੂਖਮ ਰੂਪ, ਸੂਖਮ ਸਰੂਪ ਦੇ ਵਿੱਚ ਸਾਡੇ 3 ਸਰੀਰ ਆ। ਇੱਕ ਬਾਹਰ ਦਿਖਾਈ ਦੇ ਰਿਹਾ ਹੈ, ਇੱਕ ਸੂਖਮ ਸਰੀਰ ਹੈ ਤੇ ਇੱਕ ਅਸਥੂਲ ਸਰੀਰ ਹੈ। ਇਸ ਕਾਇਆ ਵਰਗਾ ਹੀ ਸੂਖਮ ਹੈ, ਪਰ ਉਹਨੂੰ ਆਏ ਹੱਥ ਨਾਲ ਫੜ ਨਹੀਂ ਸਕਦੇ ਆਪਾਂ। ਇਹਨੂੰ ਫੜਿਆ ਜਾ ਸਕਦਾ, ਬਾਂਹ ਫੜ ਲਈ, ਕੁੜਤਾ ਫੜ ਲਿਆ, ਪਰ ਉਹ ਫੜਿਆ ਨਹੀਂ ਜਾਂਦਾ। ਤਾਂ ਉਹ ਜਿਹੜਾ ਹੈ ਸੂਖਮ ਹੈ, ਉਹ ਸੂਖਮ ਪਰ ਪਰਮੇਸ਼ਰ ਦੇ ਚਰਨਾਂ ਵਿੱਚ ਬੈਠ ਕੇ ਨਾਮ ਜਪਦੇ ਆ। ਉੱਥੇ ਬੈਠੀਆਂ ਰੂਹਾਂ ਧਰੂਵ ਵਰਗੇ ਅਮਰ ਹੋ ਗਏ, ਭਗਤ ਕਬੀਰ ਸਾਹਿਬ ਵਰਗੇ ਅਮਰ ਹੋ ਗਏ, ਉਹਨਾਂ ਦੇ ਚਰਨਾਂ 'ਚ ਬੈਠੇ ਆ। ਫਿਰ ਉਹ ਦੁਬਾਰੇ ਆਉਂਦੇ ਆ ਕਦੋਂ? ਜਦੋਂ ਪਰਮੇਸ਼ਰ ਦੁਨੀਆ ਦੇ ਵਿੱਚ ਧਰਮ ਕਾਇਮ ਕਰਨ ਵਾਸਤੇ ਭੇਜਦਾ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਉਹ ਆਪਣੇ ਮੁਲਾਜ਼ਮ ਡਿਊਟੀ ਬਣਾ ਕੇ ਭੇਜਦਾ, ਚੱਲ ਬਈ ਤੂੰ ਆਹ ਕੰਮ ਕਰਕੇ ਆ। ਜਿਵੇਂ ਦੁਸ਼ਟ ਦਮਨ ਜੀ ਨੂੰ ਭੇਜਿਆ, ਜਾਓ ਜੀ ਔਰੰਗਜ਼ੇਬ ਜਿਹੜਾ ਹੈ ਉਹ ਖਰਾਬ ਕਰ ਰਿਹਾ, ਜਾਏ ਜਹਾਂ ਤੇ ਧਰਮ ਵਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ। ਸਮਝ ਲਿਓ ਸਾਧੂ ਸਭ ਮਨਮੰ, ਯਾਹੀ ਕਾਜ ਧਰਾ ਹਮ ਜਨਮੰ। ਧਰਮ ਚਲਾਵਨ ਸੰਤਿ ਉਭਾਰਨ, ਦੁਸ਼ਟ ਸਬਨ ਕੋ ਮੂਲ ਉਪਾੜ। 10ਵੇਂ ਪਾਤਸ਼ਾਹ ਕਹਿੰਦੇ ਮੈਂ ਇਹ ਕੰਮ ਆਇਆ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਇੱਥੇ ਰਹਿਣ ਨਹੀਂ ਆਇਆ। ਤੁਸੀਂ ਵੀ ਯਾਦ ਰੱਖੋ, ਮੇਰੀ ਵੀ ਯਾਦ ਹੈ। ਕਹੋ ਸਤਨਾਮ। ਦੇਖਣ ਆਇਓ ਜਗਤ ਤਮਾਸ਼ਾ, ਅਸੀਂ ਤਮਾਸ਼ਾ ਦੇਖਣ ਵੀ ਆਏ ਹਾਂ। ਤੇ ਜਿਹੜੇ ਰੱਬ ਦੀਆਂ ਪਿਆਰੀਆਂ ਰੂਹਾਂ ਅਵਤਾਰ ਹੁੰਦੇ ਨਾ, ਉਹ ਤਮਾਸ਼ੇ ਨੂੰ ਸੈੱਟ ਕਰਨ ਵੀ ਆਉਂਦੇ ਆ। ਜਦੋਂ ਕੋਈ ਵਿਗਾੜ ਪਾਉਂਦਾ ਸੰਸਾਰ ਦੇ ਇਸ ਖੇਡ ਵਿੱਚ, ਉਹ ਫਿਰ ਜ਼ੁਲਮ ਨੂੰ ਖਤਮ ਕਰਨ ਵਾਸਤੇ ਆਉਂਦੇ ਆ। ਬਾਬਾ ਜੀ ਕਹਿੰਦੇ ਖੈਰ ਉਹ ਰੂਹਾਂ ਰੱਬ ਦੇ ਵਿੱਚ ਰੰਗ ਮਾਣਦੀਆਂ, ਸਭਨਾ ਪਿਰ ਵਸੈ ਸਦਾ ਨਾਲੇ। ਤੇ ਉਹ ਮਾਲਕ ਕੇਵਲ ਕਿਸੇ ਹੋਰ ਇਲਾਕੇ ਵਿੱਚ ਨਹੀਂ, ਉਹ ਇੱਥੇ ਵੀ ਤੁਹਾਡੇ ਕੋਲ ਹੀ ਆ। ਬਾਣੀ ਕਹਿੰਦੀ ਹੈ, ਕਹਿੰਦੀ ਉਹ ਮਾਲਕ ਇੱਥੇ ਵੀ ਤੇਰੇ ਨਾਲ ਹੁੰਦਾ ਹੈ, ਪਰ ਫਰਕ ਇਹੀ ਹੈ ਬਈ ਤੁਹਾਡੇ ਤੇ ਉਹਦੇ ਵਿਚਾਲੇ ਭਰਮਾਂ ਦਾ ਪਰਦਾ ਪੈ ਗਿਆ, ਤੁਸੀਂ ਉਹਨੂੰ ਵੇਖ ਹੀ ਨਹੀਂ ਰਹੇ। ਜਿਵੇਂ 2 ਕਮਰਿਆਂ ਵਿੱਚ ਦੋਨੇ ਹੀ ਜੀ ਗੁੱਸੇ ਹੋ ਕੇ ਬਹਿ ਜਾਣਾ, ਉੱਧਰਲਾ ਉੱਧਰ ਬੈਠਾ, ਉੱਧਰਲਾ ਉੱਧਰ ਬੈਠਾ, ਗੁੱਸੇ ਹੋ ਜਾਣਾ। ਮਾਲਕ ਤਾਂ ਨਹੀਂ ਗੁੱਸੇ ਹੁੰਦਾ, ਪਰ ਇਹ ਜੀਵ ਜਿਹੜਾ ਹੈ ਮਾਲਕ ਨੂੰ ਛੱਡ ਕੇ ਸੰਸਾਰ ਨੂੰ ਪਿਆਰ ਕਰਨ ਲੱਗ ਪਿਆ। ਜਗਜੀਵਨ ਪੁਰਖ ਤਿਆਗੈ ਮਾਨਸ ਸੰਧੀ ਆਸ। ਤੇ ਉਹਦੀ ਹਾਲਤ ਬੜੀ ਖਰਾਬ ਹੁੰਦੀ ਹੈ। 2 ਹੈ ਭਾਏ ਬਗੋਚੀਆ, ਗੱਲ ਪਈ ਸੋ ਜਮ ਕੀ ਫਾਸ।
ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਉਹ ਹੈ ਤਾਂ ਤੇਰੇ ਨਾਲ ਹੀ। ਸਭਨਾ ਪਿਰ ਵਸੈ ਸਦਾ ਨਾਲੇ, ਗੁਰ ਪ੍ਰਸਾਦੀ ਕੋ ਨਜ਼ਰ ਨਿਹਾਲੇ। ਗੁਰੂ ਦੀ ਕਿਰਪਾ ਲੈ ਕੇ ਕੋਈ ਬਿਰਲਾ ਦੇਖਦਾ ਹੈ ਨਜ਼ਰ ਨਾਲ, ਐਸ ਨਜ਼ਰ ਨਾਲ ਦਿਸਦਾ ਹੈ, ਨਜ਼ਰ ਦੇ ਕੋਲ ਹੀ ਰਹਿੰਦਾ ਹੈ। ਇਹ ਗੁੱਝੇ ਭੇਦ ਹੈ, ਅਕਥ ਕਥਾ ਹੈ। ਮਨ ਕਿੱਥੇ ਰਹਿੰਦਾ ਭਲਾ? ਬਾਣੀ ਪੜ੍ਹੋ। ਮਨ ਤੂੰ ਜੋਤ ਸਰੂਪ ਹੈ, ਤੇ ਜੋਤ ਕਿੱਥੇ ਹੈ? ਅੱਖਾਂ ਦੇ ਵਿੱਚ ਹੈ। ਕਿੰਨਾ ਸਪਸ਼ਟ ਲਿਖਿਆ ਪਿਆ ਬਾਣੀ ਦੇ ਵਿੱਚ, ਬਸ ਮਨੁੱਖ ਨੇ ਗੌਰ ਹੀ ਨਹੀਂ ਕੀਤੀ। ਬਸ ਜਾਂ ਅਖੰਡ ਪਾਠ ਪੈਸੇ ਦੇ ਕੇ ਕਰਵਾਈ ਜਾਂਦਾ ਜਾਂ ਕਰੀ ਜਾਂਦਾ, ਵਿਚਾਰਦਾ ਨਹੀਂ ਗਾ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਲੇ, ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਗਾ। ਟਾਈਮ ਟਪਾ ਲਿਆ ਵੀ ਚੱਲ ਬਸ ਕੋਈ ਗੱਲ ਨਹੀਂ। ਕਿਸੇ ਨੇ ਪੈਸੇ ਦੇ ਤੇ ਸਾਡਾ ਪਾਠ ਕਰ ਦਿਓ, ਤੇ ਦੂਜਿਆਂ ਨੇ ਪੈਸੇ ਲੈ ਕੇ ਪਾਠ ਕਰਤਾ, ਲਾਹਾ ਨਹੀਂ ਖੱਟਿਆ ਉਹਦੇ ਵਿੱਚੋਂ ਕੋਈ। ਸਤਨਾਮ ਅਖੰਡ ਪਾਠ ਰਖਵਾ ਦਿੰਦੇ ਹਾਂ ਅਸੀਂ ਘਰਾਂ ਦੇ ਵਿੱਚ, ਸਾਰੇ ਤਿੰਨੇ ਦਿਨ ਸਾਡੇ ਪ੍ਰਬੰਧ ਕਰਨ 'ਚ ਹੀ ਟੱਪ ਜਾਂਦੇ ਆ। ਤੇ ਪਤਾ ਉਦੋਂ ਲੱਗਦਾ ਜਦੋਂ ਅਰਦਾਸ ਹੋਣ ਲੱਗ ਜਾਂਦੀ, ਫਿਰ ਭੱਜ ਕੇ ਆਉਣੇ ਹੱਥ ਧੋ ਕੇ ਵੀ ਅਰਦਾਸ ਹੋਣ ਲੱਗ ਗਈ, ਚਲੋ ਚੱਲੀਏ। ਵਿਚਾਲੇ ਵਿਚਾਲੇ ਕੀ ਟੱਪ ਗਏ, ਕਿੰਨੇ ਹੀਰੇ ਟੱਪ ਗਏ, ਕਿੰਨੇ ਲਾਲ ਟੱਪ ਗਏ, ਉਹਨਾਂ ਦਾ ਪਤਾ ਹੀ ਨਹੀਂ। ਕਹੋ ਸਤਨਾਮ ਸ੍ਰੀ। ਕਿੰਨੇ ਗ੍ਰੰਥੀ ਸਿੰਘਾਂ ਦੇ ਮੁਖ 'ਚੋਂ ਬਚਨ ਉਚਾਰੇ ਗਏ ਅਖੰਡ ਪਾਠ ਦੌਰਾਨ ਬਾਣੀ ਦੇ, ਹੀਰੇ ਲਾਲ ਜਵਾਹਰਾਤ, ਉਹਨਾਂ ਦਾ ਖਿਆਲ ਹੀ ਨਹੀਂ ਕੀਤਾ। ਜਾਂ ਪ੍ਰਕਾਸ਼ ਵੇਲੇ ਕੋਲੇ ਸੀਗੇ, ਤੇ ਜਾਂ ਫਿਰ ਭੋਗ ਵੇਲੇ ਪਤਾ ਲੱਗਦਾ ਵੀ ਭੋਗ ਪੈਣ ਲੱਗੇ ਆ। ਕਹੋ ਸਤਨਾਮ ਸ੍ਰੀ। ਕਈ ਤਾਂ ਭੋਗ ਤੇ ਪਹੁੰਚ ਕੇ ਵੀ ਗਲੀ 'ਚ ਖੜੇ ਗੱਲਾਂ ਮਾਰੀ ਜਾਣਗੇ। ਉਹ ਕੋਈ ਨਹੀਂ, ਚੱਲਦੇ ਆ ਅਰਦਾਸ ਵੇਲੇ ਚੱਲਾਂਗੇ, ਹਜੇ ਤਾਂ ਬਾਣੀ ਪੜ੍ਹੀ ਜਾਂਦੇ ਆ। ਜਿਵੇਂ ਬਾਣੀ ਨਾਲ ਕੋਈ ਤਲਕ ਹੀ ਨਹੀਂ ਹੁੰਦਾ ਗਾ। ਖੜ ਜਾ ਖੜ, ਚੱਲੀ ਅੰਦਰ ਯਾਰ, ਭੋਗ ਪੈਣ ਲੱਗਾ। ਉਹ ਬਹਿ ਜਾ ਯਾਰ, ਚੱਲਦੇ ਆ ਕੋਈ ਗੱਲ ਨਹੀਂ, ਆਪਾਂ ਅਰਦਾਸ ਵੇਲੇ ਚੱਲਾਂਗੇ। ਮਤਲਬ ਖਾਨਾ ਪੂਰਤੀ। ਪੁਰਾਣੇ ਸਮਿਆਂ 'ਚ ਲੋਕ ਕਿਹਾ ਕਰਦੇ ਸੀ, ਉਹ ਮੁੰਡਿਆ ਆ ਫਲਾਨਿਆਂ ਦੇ ਭੋਗ ਤੇ ਰੁਪਈਆ ਚੜ੍ਹਾ ਆਈ। ਰੁਪਈਆਂ ਦਾ ਭੁੱਖਾ ਹੀ ਆ ਬਾਬਾ। ਕਹੋ ਸਤਨਾਮ ਸੀ। ਮਤਲਬ ਉਹ ਰੁਪਈਆ ਬਾਬੇ ਨੂੰ ਚੜ੍ਹਾਉਣ ਨਹੀਂ ਜਾਣਾ, ਉਹ ਇਸ ਕਰਕੇ ਚੜ੍ਹਾਉਣ ਜਾਣਾ ਵੀ ਉਹ ਆਪਣੇ ਭੋਗ ਤੇ ਆਇਆ ਸੀ, ਆਪਾਂ ਉਹਨਾਂ ਦੇ ਜਾਣਾ। ਇਹ ਕੰਮ ਕਰਨਾ ਹੈ, ਨਾ ਕਿ ਅਸੀਂ ਇਸ ਕਰਕੇ ਚੱਲੇ ਹਾਂ ਉੱਥੇ ਬਈ ਆਪਾਂ ਉੱਥੇ ਜਾ ਕੇ ਬਾਣੀ ਦਾ ਲਾਹਾ ਹੀ ਖੱਟ ਲਾਂਗੇ। ਤਾਂ ਗੁਰੂ ਕਿਰਪਾ ਕਰਨ, ਗੁਰੂ ਸਾਡੇ ਨਾਲ ਹੈ, ਸ਼ਬਦ ਸਾਡੇ ਅੰਦਰ ਵਸਦਾ ਹੈ। ਕਾਇਆ ਸਾਡੀ ਜਿਹੜੀ ਹੈ, ਇਹ ਦੇਹੀ ਜਿਹੜੀ ਹੈ, ਇਹ ਇਸਤਰੀ ਹੈ, ਸੁਰਤ ਇਸਤਰੀ ਹੈ, ਤੇ ਸ਼ਬਦ ਇਹਦਾ ਪਤੀ ਹੈ, ਪਰ ਦੋਨਾਂ ਦਾ ਮਿਲਾਪ ਨਹੀਂ ਹੋ ਰਿਹਾ। ਸਭਨਾ ਪਿਰ ਵਸੈ ਸਦਾ ਨਾਲੇ, ਗੁਰ ਪ੍ਰਸਾਦੀ ਕੋ ਨਦਰ ਨਿਹਾਲੇ। ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾਵਣੀਆਂ। ਸਭ ਤੋਂ ਉੱਚੇ ਥਾਂ 'ਤੇ ਬੈਠਾ ਮਾਲਕ। ਹੁਣ ਤੁਸੀਂ ਧਿਆਨ ਲੈ ਲਿਆ ਖਣੀ ਸੱਚਖੰਡ ਤੋਂ, ਉਹ ਆਕਾਸ਼ਾਂ ਦੇ ਉੱਤੇ ਆ ਕਿਤੇ। ਕਹੋ ਸਤਨਾਮ। ਆਕਾਸ਼ਾਂ ਦੇ ਉੱਤੇ ਨਹੀਂ, ਤੁਹਾਡੇ ਸਰੀਰ ਦੇ ਪੈਰ ਤੋਂ ਵੇਖਣ ਲੱਗ ਜਾਓ। ਜਿਹੜਾ ਉਹ ਪੁਆਇੰਟ ਹੈ ਜਿੱਥੇ ਪਰਮੇਸ਼ਰ ਰਹਿੰਦਾ, ਉਹ ਸਰੀਰ ਦੇ ਸਭ ਤੋਂ ਉੱਚੇ ਥਾਂ 'ਤੇ ਆ। ਕਹੋ ਸਤਨਾਮ ਸ੍ਰੀ। ਸਭ ਤੋਂ ਉੱਚੇ ਥਾਂ 'ਤੇ, ਜਿਹਨੂੰ ਦਸਵਾਂ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ। ਇਹ ਸਾਡਾ ਮੂੰਹ ਹੱਟੀ ਹੈ, ਹੱਟੀ ਉੱਤੇ ਆਲੇ ਨੇ ਦੋ ਅੱਖਾਂ, ਆਲੇ ਭੀਤਰ ਥਾਤੀ। ਇਹਨਾਂ ਆਲਿਆਂ ਵਿੱਚ ਜੋਤ ਪਈ ਆ। ਕਿੰਨਾ ਸਪਸ਼ਟ ਲਿਖਿਆ ਭਗਤਾਂ ਨੇ, ਕਿਰਪਾ ਕੀਤੀ ਆ। ਇੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਇੱਕ ਠਾਈ। ਬੇਣੀ ਸੰਗਮ ਤਹਿ, ਉੱਥੇ ਮਿਲਾਪ ਹੁੰਦਾ। ਓਏ ਬੇਣੀ, ਜਿੱਥੇ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ ਤੇ ਲੋਕਾਂ ਨੇ ਚੱਕੇ ਝੋਲੇ ਤੇ ਉੱਥੇ ਪਹੁੰਚ ਗਏ। ਉਹ ਜਿੱਥੇ ਗੁਰੂ ਤੇਗ ਬਹਾਦਰ ਜੀ ਜਾ ਕੇ ਬੈਠੇ ਸੀ ਤ੍ਰਿਵੈਣੀ ਤੇ। ਕਰਤ ਤਪੱਸਿਆ ਜਬ ਹਮ ਪਏ, ਪੁੰਨ ਦਾਨ ਦਿਨ ਕਰਤ ਬਿਤਏ, ਜਬ ਹੀ ਜਾਤ ਤ੍ਰਿਵੈਣੀ ਭਇਓ। ਤ੍ਰਿਵੈਣੀ ਤੇ ਜਾ ਕੇ ਜਿੱਥੇ ਬੈਠੇ, ਦੁਨੀਆ ਚੱਕ ਕੇ ਉੱਥੇ ਪਹੁੰਚ ਗਈ ਵੀ ਤਿੰਨ ਨਦੀਆਂ ਤੇ ਜਾ ਕੇ ਮਿਲਾਪ ਹੋਊਗਾ। ਤਿੰਨ ਨਦੀਆਂ ਸੀਗੀਆਂ ਸਾਡੀਆਂ, ਦੋ ਨਾਸਕਾਂ ਦੀਆਂ ਨਦੀਆਂ ਤੇ ਇੱਕ ਸਾਡੀ ਰੀੜ੍ਹ ਦੀ ਹੱਡੀ 'ਚ ਨਦੀ ਆ ਰਹੀ ਹੈ, ਸੁਖਮਨਾ ਨਾੜੀ। ਡਾਕਟਰਾਂ ਨੂੰ ਪੁੱਛਿਓ, ਉਹ ਕਹਿੰਦੀ ਹੈ ਨਰਵਸ ਸਿਸਟਮ। ਉਹਨਾਂ ਦੀ ਬੋਲੀ 'ਚ ਮਹਾਂਪੁਰਸ਼ਾਂ ਨੇ ਸੁਖਮਨਾ ਨਾੜੀ ਕਿਹਾ। ਇੜਾ ਤੇ ਪਿੰਗਲਾ ਸੱਜੀ ਖੱਬੜੀ ਨਾੜ ਹੈ। ਇਹ ਦੋਨੇ ਨਾੜੀਆਂ ਇੱਥੋਂ ਜਾਂ ਜਾਂਦੀਆਂ ਮੱਥੇ ਕੰਨੀ, ਤੇ ਉਹ ਥੱਲਿਓਂ ਚੱਲਦੀ ਆ, ਸਾਰੇ ਅੰਗਾਂ ਦੇ ਨਾਲ ਜੁੜੀ ਹੋਈ ਆ। ਫੇਫੜੇ, ਗੁਰਦੇ, ਤਿੱਲੀ ਸਭ ਦੇ ਨਾਲ ਜੁੜੀ ਹੋਈ ਆ ਉਹ।
ਤੇ ਉਰੀੜ ਤੇ ਹੱਡੀ ਦੇ ਵਿਚਾਲ ਦੀ ਲੰਘਦੀ ਹੋਈ, ਧੌਣ ਤੋਂ ਹੁੰਦੀ ਹੋਈ, ਉਹ ਵੀ ਮੱਥੇ 'ਚ ਆਉਂਦੀ ਆ। ਜਿਹੜੀ ਸ਼ਿਵ ਜੀ ਦੇ ਉੱਤੇ ਬਗਣਾਈ ਨਾ ਗੰਗਾ ਦੀ ਧਾਰ, ਉਹ ਸੁਖਮਨਾ ਨਾੜੀ ਹੈ। ਕਹੋ ਸਤਨਾਮ। ਉਹ ਲੋਕਾਂ ਨੇ ਬਾਹਰਲੇ ਪਾਸੇ ਪੈਪ ਲਾਤੀ ਪਾਣੀ ਵਾਲੀ, ਕਿਉਂਕਿ ਨਹੀਂ ਸਮਝ ਆਈ। ਜਿੰਨੀ ਕੁ ਸਮਝ ਆਈ ਉਨੀ ਕੁ ਬਣਾਤੀ ਉਹਨਾਂ ਨੇ। ਅਸਲ 'ਚ ਉਹ ਇਸ਼ਾਰਾ ਹੈ, ਉਹ ਨਾੜੀ ਸਾਡੇ ਇੱਥੋਂ ਮੱਥੇ ਦੇ ਵਿੱਚ ਨੀਵੀਂ ਇੱਦਾਂ ਉਤਰਦੀ ਆ, ਇਹ ਦੋਨੇ ਉੱਤੇ ਜਾਂਦੀਆਂ, ਤੇ ਅੱਖਾਂ ਦੇ ਵਿੱਚ ਮਨ ਹੁੰਦਾ ਹੈ। ਮਨ ਨੇ ਇੱਥੇ ਜਾ ਕੇ ਇਹਨਾਂ ਤਿੰਨਾਂ ਨਦੀਆਂ ਦੇ ਵਿਚਾਲੇ ਜਾ ਕੇ ਇਸ਼ਨਾਨ ਕਰਨਾ। ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇੱਕ ਥਾਈ। ਬੇਣੀ ਭਗਤ ਬੇਣੀ ਜੀ ਲਿਖਦੇ ਨੇ, ਬੇਣੀ ਸੰਗਮ ਤਹਿ, ਜਿੱਥੇ ਤਿੰਨੇ ਨਦੀਆਂ ਦਾ ਮਿਲਾਪ ਹੁੰਦਾ ਹੈ। ਮਨ ਮੱਜਨ ਕਰੇ ਤਰਾਹੀ, ਉੱਥੇ ਮਣਾ ਜਾ ਕੇ ਪਹਿਲਾਂ ਇਸ਼ਨਾਨ ਕਰ। ਤੁਸੀਂ ਨਹਾ ਕੇ ਆਏ ਹੋ ਨਾ ਤੜਕੇ ਉੱਠ ਕੇ, ਇੱਧਰ ਆਉਣ ਲੱਗੇ, ਇੱਥੇ ਆਉਣ ਲੱਗੇ, ਆਪਾਂ ਸਾਰੇ ਇਸ਼ਨਾਨ ਕਰਕੇ ਆਏ ਹਾਂ ਨਾ। ਉੱਥੇ ਜਾਣ ਵਾਸਤੇ ਮਨ ਨੂੰ ਇਸ਼ਨਾਨ ਕਰਨਾ ਪੈਣਾ। ਅਤੇ ਮਨ ਦਾ ਇਸ਼ਨਾਨ ਕੋਈ ਪਾਣੀ ਦਾ ਨਹੀਂ, ਮਨ ਦਾ ਇਸ਼ਨਾਨ ਵਿਕਾਰਾਂ ਨੂੰ ਛੱਡਣਾ ਹੈ। ਕਹੋ ਸਤਿਨਾਮ। ਇੱਥੇ ਜਾ ਕੇ ਫਿਰ ਵਿਕਾਰ ਛੱਡਣੇ ਸ਼ੁਰੂ ਕਰ ਦਿੰਦਾ ਇਹ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇੱਥੇ ਜਾ ਕੇ ਫਿਰ ਮਨ ਦੇ ਵਿੱਚੋਂ ਵਿਕਾਰ ਨਿਕਲਣੇ ਸ਼ੁਰੂ ਹੋ ਜਾਂਦੇ ਆ। ਬੇਣੀ ਸੰਗਮ ਤਹਿ ਪਿਰਾਗ, ਉਹ ਪ੍ਰਾਗ ਤੀਰਥ ਬਾਹਰ ਹੈ, ਇੱਕ ਪ੍ਰਯਾਗ ਤੀਰਥ। ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ। ਅਸਲ ਦੇ ਵਿੱਚ ਭਗਤ ਪੀਪਾ ਜੀ ਕਹਿੰਦੇ ਵੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਫਿਰ ਆਪਾਂ ਉਹ ਉੱਥੇ ਚੱਲੀਏ ਪ੍ਰਾਗ ਤੀਰਥ 'ਤੇ, ਜੇ ਸਾਡੇ ਪਿੰਡੇ 'ਚ ਹੀ ਚੀਜ਼ ਹੈਗੀ ਆ, ਫਿਰ ਕਿਉਂ ਨਾ ਤੜਕੇ ਉੱਠ ਕੇ ਘਰੇ ਬਹਿ ਜਾਈਏ, ਘਰੇ ਬਹਿ ਜਾਈਏ ਨਹਾਉਣ ਵਾਸਤੇ। ਫਿਰ ਅੰਦਰ ਹੀ ਜਾ ਕੇ ਨਹਾ ਲਈਏ, ਨਹਾਉਣ ਤੋਂ ਬਾਅਦ ਦੁਬਾਰੀ ਅੰਦਰਲਾ ਇਸ਼ਨਾਨ ਕਰ ਲਈਏ। ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ। ਬੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੈ ਤਥਾਹੀ, ਸੰਤੋ ਤਹਾਂ ਨਿਰੰਜਨ ਰਾਮ ਹੈ। ਨਿਰੰਜਨ ਰਾਮ ਕਿਹੜਾ ਹੈ? ਨਿਰਅੰਜਨ, ਜਿਹਦਾ ਕੋਈ ਰੰਗ ਨਹੀਂ ਹੈ। ਨਿਰੰਜਨ ਕੋਈ ਰੱਬ ਦਾ ਨਾਮ ਨਹੀਂ ਹੈ, ਇੱਕ ਲੱਛਣ ਹੈ। ਨਿਰੰਜਨ ਦਾ ਮਤਲਬ ਹੈ ਜੋ ਨਾ ਕਾਲਾ, ਨਾ ਪੀਲਾ, ਨਾ ਨੀਲਾ, ਨਾ ਚਿੱਟਾ, ਨਾ ਖਾਕੀ ਹੈ, ਉਹ ਰੰਗ ਤੋਂ ਰਹਿਤ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਰੇਖ ਪੇ ਕੋਉ ਕਹਿ ਨਾ ਸਕਤ ਕੇ। ਤਹਾਂ ਨਿਰੰਜਨ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਏ। ਇੱਥੇ ਕੋਈ ਵਿਰਲਾ ਪਹੁੰਚਦਾ ਗੁਰੂ ਤੋਂ ਰਸਤਾ ਪੁੱਛ ਕੇ। ਗਮ ਹੁੰਦਾ ਰਸਤਾ, ਇੱਥੇ ਵੀ ਇਹੀ ਗੱਲ ਲਿਖੀ ਆ। ਸਭਨਾ ਪਿਰ ਵਸੈ ਸਦਾ ਨਾਲੇ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਲੈ ਕੇ। ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਉੱਚੋ ਉੱਚਾ, ਆ ਸਭ ਤੋਂ ਉੱਚਾ ਮੱਥੇ ਦਾ ਆ ਭਾਗ ਹੈ। ਕਹੋ ਸਤ। ਇਹਦੇ ਉੱਤੇ ਤਾਂ ਫਿਰ ਸਮਾਪਤੀ ਹੈ ਨਾ, ਬਸ ਇਹ ਸਭ ਤੋਂ ਉੱਚਾ ਪੁਆਇੰਟ ਹੈ। ਇੱਥੇ ਜੇ ਕਿਤੇ ਉਹ ਵਸਦਾ ਹੈ, ਗੇੜਾ ਮਾਰ ਲਿਆ ਕਰੋ ਕਦੇ ਕਦੇ ਅੰਦਰ ਜਾ ਕੇ ਵਿਹਲੇ ਬੈਠ ਕੇ। ਕਹੋ ਸਤਨਾਮ ਸ੍ਰੀ। ਅੰਦਰ ਗੇੜਾ ਮਾਰਿਆ ਕਰੋ, ਬਾਹਰ ਤਾਂ ਬੜੇ ਗੇੜੇ ਮਾਰ ਲਏ ਆਪਾਂ, ਅੰਦਰ ਜਾਈਏ ਹੁਣ। ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾਵਣਿਆ। ਅਸੀਂ ਇੱਥੋਂ ਨਿਕਲਦੇ ਹਾਂ, ਦੁਨੀਆ ਵਿੱਚ ਚਲੇ ਗਏ। ਸ਼ਾਮਾਂ ਪਈਆਂ, ਵਾਪਸ ਇੱਥੇ ਆਏ। ਇੱਥੇ ਆਏ, ਨੀਂਦ ਚੜ੍ਹ ਗਈ, ਥੱਲੇ ਡਿੱਗ ਪਏ, ਸਾਰੀ ਰਾਤ ਸੁੱਤੇ ਪਏ। ਤੜਕੇ ਜਾਗ ਖੁੱਲ੍ਹੀ, ਫਿਰ ਅੱਖਾਂ 'ਚ ਆਏ, ਅੱਖਾਂ 'ਚ ਨਿਕਲੇ, ਫਿਰ ਧੀਆਂ ਪੁੱਤਰ ਮਾਇਆ ਸੰਪਤੀ ਘਰ ਕਾਰ ਕਾਮ ਧੰਦੇ ਸਾਰੇ ਉਹਨਾਂ ਫਿਰ ਫਸ ਗਏ। ਇੱਥੋਂ ਤਾਹਾਂ ਨਹੀਂ ਚੜ੍ਹਨਾ ਸਿੱਖਿਆ, ਬਸ ਇੱਥੋਂ ਨਿਕਲਦੇ ਹਾਂ ਬਾਹਰ, ਇੱਥੋਂ ਸੌਂਦੇ ਹਾਂ ਥੱਲੇ, ਤਾਹਾਂ ਨਹੀਂ ਜਾਣ ਸਿੱਖੇ। ਇਹ ਗੁਰੂ ਕਿਰਪਾ ਕਰੇ ਸਾਡੇ ਤੇ, ਕਰਾ ਦੇਵੇ ਜੇ ਕਿਤੇ। ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆ ਮਿਲਾਵਣਿਆ। ਕਿਉਂ ਨਹੀਂ ਜਾਂਦਾ ਤਾਹਾਂ? ਅਗਲੀ ਪੰਕਤੀ ਪੜ੍ਹੋ। ਮਾਇਆ ਮੋਹ ਇਹ ਜਗ ਸੁੱਤਾ। ਤੜਕੇ ਉੱਠਿਆ, ਬੱਚਾ ਰੋ ਪਿਆ, ਹਾਏ ਮੇਰਾ ਪੁੱਤ ਆ ਮੈਂ ਤੈਨੂੰ ਚਾਹ ਪਿਆਵਾਂ। ਬਸ ਨਿਕਲ ਗਿਆ ਥੱਲੇ ਨੂੰ, ਮੋਹ ਵਿੱਚ ਫਸ ਗਿਆ, ਹੰਕਾਰ 'ਚ ਫਸ ਗਿਆ, ਕਾਮ ਵਾਸ਼ਨਾ ਵਿੱਚ ਫਸ ਗਿਆ। ਉੱਠਦਿਆਂ ਹੀ ਜਾਗ ਆਈ, ਚੱਲੀਏ ਹੋਏ, ਲੇਟ ਹੋ ਗਏ, ਦੁਕਾਨ ਖੋਲ੍ਹਣੀ ਹੈ, ਲੋਭ ਦੇ ਵਿੱਚ ਫਸ ਗਿਆ। ਬਸ ਜਾਗਦਿਆਂ ਹੀ ਅੱਖਾਂ 'ਚ ਨਿਕਲਿਆ, ਦੁਨੀਆ ਵਿੱਚ ਫਸ ਗਿਆ। ਸੌਂ ਗਿਆ ਤਾਂ ਡਿੱਗ ਪਿਆ ਥੱਲੇ, ਡੂੰਘੇ ਥਾਂ ਚਲਿਆ ਗਿਆ। ਪਤਾ ਨਹੀਂ ਰਾਤ ਨੂੰ ਕਿੱਥੇ ਸੁੱਤਾ ਜਾ ਕੇ, ਇੰਨੀ ਗੂੜੀ ਨੀਂਦ ਆਈ। ਇਸ ਕਰਕੇ ਬਾਬਾ ਜੀ ਅਗਲੇ ਭਾਗ ਵਿੱਚ ਕਹਿੰਦੇ, ਮਾਇਆ ਮੋਹੇ ਇਹ ਜਗ ਸੁੱਤਾ, ਨਾਮ ਵਿਸਾਰ ਅੰਤ ਬਿਗੁੱਤਾ। ਬਿਗੁੱਤਾ ਹੁੰਦਾ ਫਸ ਗਿਆ, ਬਿਗੋਚਾ ਪੈਣਾ ਹੁੰਦਾ ਵਿਛੋੜਾ ਪੈਣਾ, ਬਿਗੁੱਤਾ ਹੁੰਦਾ ਵਿਛੜ ਕੇ ਫਸ ਗਿਆ। ਮਾਲਕ ਨਾਲੋਂ ਟੁੱਟ ਕੇ ਇਹ ਫਸ ਗਿਆ। ਹੁਣ ਇਹਨੂੰ ਕੌਣ ਜਗਾਵੇ?
ਜਿਸ ਤੇ ਸੁੱਤਾ ਸੋ ਜਾਗਾਏ, ਇਹਨੂੰ ਰੱਬ ਹੀ ਜਗਾਵੇ। ਜਿਵੇਂ ਕੌਡੇ ਰਾਖਸ਼ ਨੂੰ ਜਨਕ ਕਹਿੰਦਾ, ਜਾਓ ਰਾਖਸ਼ਾ, ਸਾਧੂਆਂ ਨੂੰ ਭੋਜਨ ਛਕਾਉਣਾ ਸੀ ਪਹਿਲਾਂ, ਤੇ ਤੂੰ ਪਹਿਲੇ ਪਾ ਕੇ ਖਾ ਲਿਆ, ਜੂਠਾ ਕਰਤਾ। ਹੁਣ ਕੌਡਾ ਅਕਸਰ ਇੱਕ ਬ੍ਰਾਹਮਣਾਂ ਦਾ ਪੁੱਤਰ ਸੀਗਾ, ਤੇ ਉਹਦਾ ਲਾਂਗਰ ਹੀ ਸੀ ਇਹ ਰੋਜ਼ ਪ੍ਰਸ਼ਾਦਾ ਤਿਆਰ ਕਰਦਾ ਸੀ। ਅੱਜ ਸਾਧੂ ਆਉਣੇ ਸੀਗੇ, ਰਾਜਾ ਜਨਕ ਕਹਿੰਦਾ ਵੀ ਪ੍ਰਸ਼ਾਦਾ ਤਿਆਰ ਕਰੋ, ਅੱਜ ਸਾਧੂਆਂ ਨੂੰ ਭੋਜਨ ਛਕਾਉਣਾ। ਤੇ ਇਹਨੇ ਬਣਾਇਆ, ਬੜਾ ਜ਼ੋਰ ਲੱਗਿਆ, ਬਹੁਤ ਵਧੀਆ ਬਣਾਇਆ, ਖੁਸ਼ਬੂਆਂ ਆਉਂਦੀਆਂ, ਤੇ ਜੀ ਕੀਤਾ, ਭੁੱਖ ਚਮਕੀ, ਤੇ ਪਾ ਕੇ ਥਾਲ 'ਚ ਖਾ ਗਿਆ ਪਾਸੇ ਬਹਿ ਕੇ। ਕਹੋ ਸਤਨਾਮ ਸ੍ਰੀ। ਜਨਕ ਨੂੰ ਪਤਾ ਲੱਗ ਗਿਆ। ਉਹ ਕਹਿੰਦਾ, ਉਹ ਰਾਖਸ਼, ਉਹ ਪਹਿਲਾਂ ਸਾਧੂਆਂ ਨੂੰ ਭੋਗ ਲਵਾਉਣਾ ਸੀ, ਤੂੰ ਪਹਿਲਾਂ ਜੂਠਾ ਕਰਤਾ। ਇਹ ਰਾਖਸ਼ਾਂ ਵਾਲਾ ਕੰਮ ਹੈ। ਉਹ ਕਹਿੰਦੇ, ਮਹਾਰਾਜ ਇਹ ਕੀ ਕਹਿਤਾ ਤੁਸੀਂ? ਕਹਿੰਦੇ, ਹੁਣ ਤਾਂ ਜੋ ਹੋ ਗਿਆ ਹੋ ਗਿਆ, ਜਾ ਚਲਿਆ ਜਾ ਇੱਥੋਂ। ਉਹ ਜਾਂਦਾ ਜਾਂਦਾ ਕਹਿੰਦਾ, ਮੇਰਾ ਭਲਾ ਕਿਵੇਂ ਹੋਊਗਾ? ਕਹਿੰਦੇ, ਹੁਣ ਤਾਂ ਤੈਨੂੰ ਰੱਬ ਹੀ ਤਾਰੂਗਾ, ਕਿਉਂਕਿ ਹਜੇ ਗੁੱਸੇ 'ਚ ਹੀ ਆ ਭਾਈ ਸਾਹਿਬ ਜੀ ਜਨਕ ਜੀ। ਉਸੇ ਵਚਨਾਂ 'ਚ ਕਹਿੰਦੇ, ਤੈਨੂੰ ਹੁਣ ਰੱਬ ਹੀ ਤਾਰੂਗਾ, ਮੈਂ ਕੀ ਕਰਾਂ ਹੁਣ? ਉਹ ਕਹਿੰਦਾ, ਮਹਾਰਾਜ ਮੈਂ ਕਿਵੇਂ ਪਛਾਣੂਗਾ ਰੱਬ ਨੂੰ? ਉਹ ਕਹਿੰਦਾ, ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਊਗਾ, ਉਹ ਰੱਬ ਦਾ ਰੂਪ ਹੀ ਹੋਊਗਾ। ਕਹੋ ਸਤਨਾਮ ਸੀ। ਕਦੋਂ ਮਿਲੂ, ਕਿੱਥੇ ਮਿਲੂ? ਕਹਿੰਦੇ, ਪਤਾ ਨਹੀਂ ਕਦੋਂ ਮਿਲੂ, ਕਿੱਥੇ ਮਿਲੂ, ਜਾਂ ਵਗ ਜਾ ਇੱਥੋਂ। ਉਹ ਕਹਿੰਦਾ, ਕਿਰਪਾ ਕਰ ਦਿਓ, ਮੈਂ ਪਛਾਣੂ ਕਿਵੇਂ? ਕੋਈ ਪਛਾਣ ਤਾਂ ਦੱਸ ਦਿਓ ਜਾਂਦੇ ਜਾਂਦੇ। ਉਹ ਕਹਿੰਦੇ, ਆ ਸੀਸਾ ਲੈ ਜਾ। ਅੱਛਾ, ਇਹ ਸ਼ੀਸ਼ੇ ਨਾਲ ਜਿਹੜਾ ਤੈਨੂੰ ਬੰਦਾ ਟੱਕਰੇ ਉਹਦਾ ਮੂੰਹ ਦੇਖਿਆ ਕਰੀ। ਇਹ ਸ਼ੀਸ਼ਾ ਇਹੋ ਜਿਹਾ ਹੈ, ਇੱਧਰੋਂ ਤਾਂ ਬੰਦੇ ਦਾ ਮੂੰਹ ਦਿਸੂਗਾ, ਜੇ ਉਹ 'ਚ ਲਾਲਚ ਹੋਇਆ ਤੇ ਸ਼ੀਸ਼ੇ 'ਚ ਕੁੱਤਾ ਦਿਸੂਗਾ। ਇਹ ਅਕਲ ਦਾ ਸ਼ੀਸ਼ਾ ਵੈਸੇ ਸਾਖੀ ਦੇ ਵਿੱਚ ਬਣਾਇਆ। ਕਹਿੰਦੇ ਜਨਕ ਨੇ ਸ਼ੀਸ਼ਾ ਦਿੱਤਾ ਉਹਨੂੰ, ਤੇ ਜੰਗਲ ਵਿੱਚ ਰਹਿੰਦਿਆਂ ਹੋਇਆਂ ਉਸ ਕੌਡੇ ਰਾਖਸ਼ ਦੇ ਸੰਪਰਕ ਵਿੱਚ ਪਤਾ ਨਹੀਂ ਕਿੰਨੇ ਲੋਕ ਆਏ। ਰਾਖਸ਼ ਬਿਰਤੀ ਹੋ ਗਈ ਨਾ, ਰਾਖਸ਼ ਬਿਰਤੀ ਵਿੱਚ ਬੰਦਾ ਫਿਰ ਭੁੱਖਾ ਹੋ ਜਾਂਦਾ, ਜੋ ਚੀਜ਼ ਆ ਗਈ ਖਾ ਗਿਆ, ਭੱਖ ਅਭੱਖ ਸਭ ਖਾਏ। ਜਿੰਨੇ ਹੱਥ 'ਚ ਆਏ ਉਹਨਾਂ ਨੂੰ ਪਹਿਲਾਂ ਸ਼ੀਸ਼ੇ ਨਾਲ ਵੇਖਦਾ ਹੈ। ਬਾਹਰੋਂ ਬੰਦਾ ਦਿਸਦਾ, ਵਿੱਚੋਂ ਕੁਝ ਹੋਰ ਹੀ ਦਿਸਦਾ, ਪਸ਼ੂ, ਕੁੱਤਾ, ਬਿੱਲਾ, ਸੂਰ। ਜਦ ਮਰਦਾਨਾ ਵੀ ਹੱਥ 'ਚ ਆਇਆ ਉਹਨੂੰ ਵੀ ਦੇਖਿਆ, ਤੇ ਮਰਦਾਨੇ ਅੰਦਰ ਉਸ ਵੇਲੇ ਬਿਰਤੀ ਕੀ ਸੀ ਭਲਾ? ਬਾਬੇ ਨੂੰ ਛੱਡ ਕੇ ਗਿਆ ਸੀ ਨਾ, ਕਹਿੰਦਾ ਮੈਂ ਤਾਂ ਜਾਣਾ ਘਰ ਨੂੰ, ਤੁਸੀਂ ਤਾਂ ਪੁੱਠੇ ਮੁੜਦੇ ਹੀ ਨਹੀਂ ਗਏ, ਤੁਸੀਂ ਤਾਂ ਗਾਹਾਂ ਹੀ ਗਾਹਾਂ ਤੁਰੇ ਜਾਂਦੇ ਹੋ, ਮੈਂ ਤਾਂ ਚੱਲਿਆ ਘਰੇ। ਬਾਬਾ ਜੀ ਕਹਿੰਦੇ, ਮਰਦਾਨਿਆਂ ਘਰੇ ਨਾ ਜਾ, ਰਾਹ 'ਚ ਬੜੀਆਂ ਬਲਾਵਾਂ। ਕਹਿੰਦਾ ਮੇਰੇ ਜਵਾਕ ਯਾਦ ਕਰਦੇ ਹੋਣਗੇ, ਕਿੰਨੇ ਮਹੀਨੇ ਹੋ ਗਏ ਨਿਕਲਿਆਂ ਨੂੰ ਘਰੋਂ, ਤੁਸੀਂ ਤਾਂ ਪੁੱਠੇ ਨਹੀਂ ਮੁੜਦੇ। ਭਾਵ ਉਦੋਂ ਬੱਚਿਆਂ ਦਾ ਮੋਹ ਸੀਗਾ ਉਹਦੇ ਮਨ ਵਿੱਚ। ਜਦ ਬੱਚਿਆਂ ਦਾ ਮੋਹ ਹੈ ਤੇ ਸੂਰ ਦੀ ਜੂਨ ਹੈ ਅੰਦਰ। ਕਹੋ ਸਤਨਾਮ ਸ੍ਰੀ। ਬਸ ਇਹ ਮਰਦਾਨਾ ਵੀ ਦੇਖਿਆ ਹੋਣਾ ਉਹਨੇ ਸ਼ੀਸ਼ੇ ਨਾਲ। ਤੇਲ ਤਪਾਇਆ ਤੇ ਕੜਾਹਾ ਤਪਣਾ ਸ਼ੁਰੂ ਹੋਇਆ, ਤੇ ਮਰਦਾਨੇ ਨੂੰ ਬੰਨ੍ਹ ਕੇ ਬਿਠਾ ਲਿਆ। ਬਾਬਾ ਨਾਨਕ ਜੀ ਕਹਿੰਦੇ, ਬਾਲਿਆ ਚੱਲੀਏ। ਕਿਉਂ? ਕਿੱਥੇ ਚੱਲੀਏ? ਕਹਿੰਦੇ ਮਰਦਾਨੇ ਨੂੰ ਫੜ ਲਿਆ, ਫਸ ਗਿਆ ਉਹ, ਹੁਣ ਬਚਾਉਣਾ ਪੈਣਾ। ਬਾਲਾ ਜੀ ਕਹਿੰਦੇ, ਜੀ ਫਸਣਾ ਹੀ ਸੀਗਾ, ਜੋ ਤੁਸੀਂ ਕਹਿਤਾ ਬਲਾ ਮੈਂ, ਤੇ ਬਲਾ ਟੱਕਰ ਗਈ ਹੋਣੀ ਆ ਕੋਈ। ਕਹਿੰਦੇ ਬਲਾ ਵੀ ਬੜੀ ਭਿਆਨਕ ਹੈ, ਮਰਦਾਨੇ ਨੂੰ ਤਲ ਕੇ ਖਾਊਗੀ। ਕਹਿੰਦੇ ਜੀ ਕਿੰਨੇ ਕੁ ਦੂਰ ਟੱਪ ਗਿਆ ਉਹ? ਕਹਿੰਦੇ ਇੱਥੋਂ 9 ਕੋਹ 'ਤੇ ਪਹੁੰਚ ਗਿਆ ਉਹ। ਸਾਰੀ ਰਾਤ ਚੱਲਦਾ ਰਿਹਾ, ਤੜਕੇ ਦਿਨ ਚੜ੍ਹੇ ਪਾਤਸ਼ਾਹ ਨੇ ਚੱਲਣ ਦੀ ਸਲਾਹ ਕੀਤੀ। ਰਾਤ ਨੂੰ ਤੇਲ ਤਪਦਾ ਰਿਹਾ, ਕੜਾਹੇ ਵਾਲਾ ਉਹਦਾ ਉਬਲਦਾ ਰਿਹਾ। ਬਾਲਾ ਕਹਿੰਦਾ ਜੀ 9 ਕੋਹ 'ਤੇ ਆਪਾਂ ਕਦੋਂ ਪਹੁੰਚੇ? ਉਦੋਂ ਤਾਂ ਖਾ ਜੂਗਾ ਉਹ। ਕਹਿੰਦੇ ਤੂੰ ਅੱਖਾਂ ਬੰਦ ਕਰ ਯਾਰ, ਛੇਤੀ ਜਾਣਾ ਪੈਣਾ। ਤੂੰ ਨੇਤਰ ਬੰਦ ਕੀਤੇ? ਕਹਿੰਦੇ ਪਾਤਸ਼ਾਹ ਨੇ ਵੀ ਤੇ ਭਾਈ ਬਾਲਾ ਜੀ ਨੇ ਵੀ, ਤੇ ਅਗਲੇ ਹੀ ਪਲ ਨੇਤਰ ਖੋਲ੍ਹੇ ਤੇ ਬਾਬਾ ਜੀ ਉਸ ਕੌਡੇ ਦੀ ਝੌਂਪੜੀ ਕੋਲ ਆ ਗਏ, ਕੁਟੀਆ ਕੋਲੇ ਆ ਗਏ। ਬਾਲੇ ਨੂੰ ਕਹਿੰਦੇ ਇੱਥੇ ਉਹਲੇ 'ਚ ਹੀ ਰਹੀ ਅਜੇ, ਸਾਹਮਣੇ ਨਹੀਂ ਹੋਣਾ ਹਜੇ। ਕਹਿੰਦੇ ਜੀ ਠੀਕ ਆ। ਬਾਲੇ ਨੂੰ ਉਹਲੇ 'ਚ ਬਿਠਾ ਦਿੱਤਾ ਤੇ ਆਪ ਵੀ ਉਹਲੇ 'ਚ ਬਹਿ ਗਏ। ਸਾਹਮਣੇ ਕਦੋਂ ਹੋਣਾ ਸੀਗਾ? ਜਦੋਂ ਕੋਈ ਯਾਦ ਕਰੇ ਨਾਨਕ ਨੂੰ ਉਹਦੇ ਸਾਹਮਣੇ ਹੋਵੇ ਨਾ। ਭਾਵੇਂ ਕਿ ਮਰਦਾਨਾ ਯਾਦ ਤਾਂ ਬਹੁਤ ਕਰੀ ਜਾਂਦਾ, ਤੇ ਜਿਸ ਵੇਲੇ ਚੱਕ ਕੇ ਕੌਡਾ ਉਹਨੂੰ ਕੜਾਹੇ ਸਿੱਟਣ ਲੱਗਿਆ ਤੇ ਮਰਦਾਨੇ ਦੇ ਸਾਹਮਣੇ ਹੋਏ, ਤੇ ਮਰਦਾਨਾ ਕਹਿੰਦਾ ਬਚਾਓ ਨਾਨਕ। ਉਹ ਨਾਨਕ ਜੀ ਜਦ ਸਾਹਮਣੇ ਹੋਏ ਤੇ ਉਹ ਕੜਾਹਾ ਠੰਡਾ ਹੋ ਗਿਆ। ਕੌਡਾ ਛੱਡ ਕੇ ਮਰਦਾਨੇ ਕਹਿੰਦਾ ਤੂੰ ਕੌਣ ਆ?
तेरे आउण नाल मेरा कड़ाहा ठंडा हो गया। भाव सिमरन ऐसी ही चीज़ है, तब तक कड़ाहा बुझ गया गुर शीतल नाम दिओ। ये बचन बाणी च भी है तो बाहर साखी भी है। कहो सतनाम श्री। मेरा कड़ाहा ठंडा हो गया, तू कौन आ? ते नाले भज्जिया आपदिया कुटिया कन्नी ते विचों शीशा चक लिया करके बाबे दे मूँह वल। तू तो नानक लगदा, तू तो रब लगदा। मैनूं नानक तो नाम नहीं सी जानदा, तू तो रब लगदा है। पैरी पै गया। कहने तू कौन है? कहना जी पता नहीं मैं कौन हाँ, बस मेरी मुक्ति करो, मैनूं इन्ना पता भी तुसीं मेरा उद्धार कर सकदे हो। फिर सारी गल पुछी, पातशाह ने उन्होंने ज्ञान कराया, थोड़ा बहुत वो मत तो पढ़दा लाया। फिर दसदा है कि मैं राजे जनक का सेवक सीगा, बस आ गलती हुई। साधुआं दे मन चों आ बचन निकलिया, मुख चों ते आ कारण बनिया ते इत्थे पहुँच गया। ते उहने मैनूं कहा सीगा असीसा लै जा, जिहड़ा अंदरों बाहरों इक्को जिहा होगा वो तेरा उद्धार कर सकदा, उहदे कोले जाई। वो मैनूं तुसीं टक्करे हो, अज तक बड़े बंदे मैनूं टक्करे, मैं मार मार के खा गया सारे। जिहड़े अंदरों बाहरों इक्को जिहे नहीं, उन्हां नूं कौन खा गया? काल, कौडा ही आ काल। ते साडे गले विच भी कौडा एक, ये पता नहीं किन्नियां नूं खा गया। कहो सतनाम। आपां जो मूँह च पाउणे आ सब दबड़ी जांदा अंदर नूं। जो भरिया मंडे सोई पिंडे, जो खोजे सो पावे। बाबा जी के कोले वास्ते फिर वो भज के ना जंगल चों फल फ्रूट लिया, जो भी मिलिया उसनों खाण वास्ते समान जो खांदा सी, दूसरा चीज़ां फल फ्रूट लिया। तो पातशाह मूँह लिया के मत्था टेकता। तो पातशाह कहंदे कौड़िया तेरा गुरु मरदाना है, मैं नहीं, क्योंकि मरदाने करके तेनों मैं मिलिया। नानक तो रब है ना, तेरे साधु है वो सानू रब नाल जोड़ने वाले विचोले बनते। ना मरदाने दे पैरी पै हुण। कहना जी मरदाने की किरपा नाल तुसीं मैनूं मिले हो, मैं इन्हां नूं गुरु मनदा। कहो तो मैं तो कुत्तियां दे भी पैरी पै जूगा। हुण तां बुद्धि टिकाणे लियाती ना बाबे नानक ने। जदों टकरिया सतगुरु नानक सामने आया, गुरु नानक उहदा दिमाग सैट हो गया। धन गुरु नानक देव जी ने बाले नूं कहा, बालिया 3 हिस्से कर। भाई बाला जी ने वो 3 हिस्से किए। तो बाबा जी ने आपदे वाले हिस्से चों अद्धा हिस्सा फिर कौडे नूं दिता, फल फ्रूट का भोजन का। कौडे नूं छकाया तो कौडे ने वो जब छकिया तो वह शरीर छुट गया, जीव का उद्धार हो गया। उत्थों चलन लगे। बाबा जी कहने जा मरदानिया घर नूं। कहने मैं नहीं जांदा गा, अज तां बच गया, फिर फस गया, फिर कौन बचाऊगा? कोई सतनाम। हाँ खा गया सीगा मार के जिउंदे नूं ही। देख ला तेरा इरादा तो नहीं नहीं, मैं तो थोड़े नाल रहूँगा, कट्ठे चलांगे आपां। तुरन लगे। मरदाना कहना जी आ सीसा तो लै चल गए आपां, क्यों तू करना? कहने बंदा क बंदा वेख लिया करांगे, कोई माड़ा टक्कर चंगा टक्कर आपां नूं टक्कर ही जांदे ने इहो जे। कहने वो तैनूं ज्ञान का सीसा दिता होया, रख इत्थे ही, ये सीसा अपने काम का नहीं गा, तैनूं ज्ञान का शीशा दिता होया। ज्ञान दे नाल जां बोलिया तां कढ़िया विचार। जदों बंदा बोलदा है कोई जजमेंट करने वाला जजमेंट कर लैंदा भी बंदा किहो जिहा होवेगा। कोई सतनाम। उत्थों मेरे प्रीतम जी अगे चले। खैर माया मोहे ये जग सुत्ता, जिहड़ा कौडा राक्ष अज्ञानता दे विच सुत्ता पिया सीगा, उहनूं बाबे नानक ने आके जगाता। नाम विसार अंत विगुता। नाम नूं भुलन करके वेखो साधुआं दी सेवा करनी, वो भुल गई, दिमाग चों भुख चमकी। नाम विसार अंत विगुता, जिसते सुत्ता सो जगाए। ते अज ओदे जनक तो सुत्ता सी, अज नानक ने जगाता। कोई सतनाम सोझी आ गई। परमेश्वर ने जीव नूं भुलाया ते परमेश्वर ही किरपा करे। अरदासां करिया करो, महाराज सानू ज्ञान बख्शो, सोझी बख्शो, गुरमत बख्शो। जिसते सुत्ता सो जगाए, गुरमत सोझी पावनिया। ते जदों जगा दिंदा अप्यो पीऐ सो भरम गवाए। अप्यो अप्यो जिहड़ा पीता नहीं जा सकदा, पीना बड़ा औखा है। जिवें आपां कहिए भी अमृत छक लो, तो तुसीं पुछ के देख लो कल्ले कल्ले बंदे नूं भी अमृत छकेगा? नहीं यार, पीना बहुत औखा है, छकना बहुत औखा है भरावा, ना औखा है, रखिया नहीं जाना मैथों। अप्यो जिहड़ा पीना औखा है, गुरु उहनूं पिया दिंदा है। ते जिहनूं पिया दिंदा है, पीए सो भरम गवाए। जिहड़ा गुरु वाला बन जावे, मतलब गुरु वाला हरेक नहीं ना बनदा गा।
अगला कहता ऐश करांगे। जे बचपन सोझी नहीं होंदी, जवानी च कहिए बई अमृत छक ला, बोला खाण पीण का टाइम है हजे, तो अमृत नहीं पीण का टाइम। कहो सतनाम। अमृत छकन का टाइम ही मनुखा जामा है, 84 लाख जूना किसी ने देना गा। धर्मराज को तप दे कड़ाही है कौडे वाले, ਉਹਦੇ ਕੋਲੇ अमृत नहीं हैगा, इत्थों ही मिलना जे मिलना तो। जवानी विच कहंदा खाण पीण का समय, तो थोड़ी सियानी उम्र च कहना कोई नहीं हले जवाक जूक पा लीए, बुढ़ापे छक लांगे। लारा लाता गाहां रब नूं। जद बुढ़ापा आया तो फिर कहा बापू हुण तां जांदा जांदा अमृत छक जा। गुरु साहब वचन है कि तू 60 साल तो पहला पहला मेरे कोले आ जा, चल हुण तां वग जा, उहदे नाल रल जा। वो कहना पुत हुण गां ही छकांगे, तो गाहां तां फिर तेल का कड़ाहा है, उत्थे अमृत का कड़ाहा नहीं। कहो सतनाम श्री। अमृत का बाटा नहीं, उत्थे तेल का कड़ाहा है। इस करके बाबा जी कहते जे कोई इत्थे उस अप्यो किणका एक जिस जी बसावे ताकि महिमा गणी ना आवे, वो जिहड़ा पीना बड़ा औखा है, जे गुरु कृपा करके सानू दे देवे। अप्यो पीए सो भरम गवाए, उन्हां दे भरम निकल जाते हैं। गुर प्रसाद मुक्त गत पाए, वो गुरु की कृपा सदका संसार समुंदर चों मुक्त हो जाते हैं, उन्हां दी गति हो जाती है। गति हुंदा चलना। हुण असीं खड़े होए हां इत्थे, इत्थे ही खड़िया असी टेढ़ियां जूनां दे किन्ने जन्म खराब करते। कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैबर बिरख जोयो। आपां इत्थे खड़े हाँ, हुण इत्थों आपां गति करनी है, भाव इत्थों चलना है। गति का मतलब हुंदा चलना। ते गति किधर नूं करनी है? परमेश्वर वाल नूं। ते परमेश्वर वाल गति तां होगी जे गुरु नूं पुछांगे। तो चलना की नहीं है? शरीर ने नहीं, शरीर इत्थे ही रहना, इत्थों ही लिया सीगा, उधर चलना सुरत ने। तो लैके जाऊगा गुरु का बख्शिया शब्द। आ बच्चे पतंग चढ़ाते हैं ना, पतंग आकाशां 'च फिरदा हुंदा, डोर बच्चे दे हत्थ 'च हुंदी है। तो बच्चे कागज़ विच मोरी करते आ, मोरी करके आपदे हत्थ कोलों धागे 'च पा दिंदे आ, ते ओह जांदा कागज़ ताहां डोर दे सहारे। तो बच्चे कहंदे चिट्ठी पाई आ। कहो सतनाम श्री। खेड आहो। इस तरह ही शब्द परमेश्वर का साड़ी सुर दे हथ होवे, ते सुरत शब्द दोने रल के ही परमेश्वर दे कोल पहुँच जाणगे, जिवें वो कागज़ पतंग दे कोल पहुँच जांदा। कहो सतनाम श्री। गुरु कृपा करन, गुर प्रसाद मुक्त गत पाए, भगती रत्ता सदा बैरागी, आप मार मिलावणिया। फिर वो जिहड़ा शब्द शुरू किया है ना, शब्द मरै सो मोआ जापे, फिर वो जिउंदा मरदा है, तो मालक दे नाल मिल जाता है, अपने आप को दुनिया वालों मार लैंदा, परमेश्वर वाल जुड़ जाता। आप ही उपाए धंधे लाए, परमेश्वर ने सानू पैदा किया, फिर आप ही उन्हें सानू धंधियां विच पा दिता। 1,84 रिजक आप अपड़ाए, फिर धंधियां विच पा के जीवां नू पालदा भी आप है, आपां नू पैदा भी किया ते रिजक भी दिंदा। देखो 84 लाख जून दे हरेक जीव नू दिंदा। एक दिन विष्णु ऐदां कहने बैठे, मुस्कराई जाते हैं, अखां बंद है। लक्ष्मी कहनी बड़े खुश हो, की करी जाने हो, किधर ध्यान है? ध्यान तो मेरा ही सीगा, मैं देख रहा सी सब नूं रोटी पहुँच गई कि नहीं पहुँच गई। कहनी तुसीं पहुँचा दिंदे हो, फिर लै हुण मेरी ड्यूटी है, मैं पैदा की है तो पालने भी है। अच्छा, मन दे विच ख्याल आया भी परीक्षा लैने इहदी, क्योंकि एक मिक्सी दोने लक्ष्मी ने रहन दोने इकट्ठे ही रहिंदे आ। परीक्षा च पा गई, किते श्रृंगार करन लगी तो दिमाग च गल आई भी अज वेखो भला किवें रोटी पहुँचाउंदा। सोचदियां उहदे कोल एक डब्बी पई सी संदूर वगैरह वाली, तो उत्थे कीड़ा आ गया, तो चक के कीड़े ने डब्बी च बंद करता। कहो सतनाम सी। उत्तों ढक्कन लाता, तो इधरों तिलक तुलक चौलों के लाउंदियां बीबियां, पहलां चौलों लाउंदियां, हुण तां डिजाइन दे बन गए रंग बरंगे। तिलक लग्या होया सी चौलों का, ऐ करके लाया होया सीगा, टिक्का मत्थे च, श्रृंगार कर रही सी। शरारत सूझी तो फड़ के कीड़ा डब्बी च बंद करता। फिर समझ आया जो शामां कहन लगी अज फिर भोजन भेजता सारिਆਂ ਨੂੰ। नेत्र बंद करके कहना भी भेजता, देख लो कोई रह ना गया होवे। कहना नहीं नहीं, सब नूं पहुँच गया। कहता एक डब्बे च जीव है, कहती इस कोले ये कोले पहुँच गया होगा, पता कर। उन्हें ढक्कन खोलिया, वो जिहड़ा कीड़ा सी उहदे कोले चौल का दाना पिया खुश। कहती ये कित्थों आ गया?
कहना मैं तेनों पहले वेख लिया सीगा भी अज तू ये काम करेंगी, जिहड़ा तेरे मत्थे चौल लगे सी मैं कचौले सिटता चक के। कहो सतनाम, तैनूं पता नहीं लग्या किहड़े वेले सिटता। इउं परमेशर दुनिया नूं पालदा है, भुखा किसी नूं सौण नहीं दिंदा। आ जिहड़ा गुरु नानक ने पंथ चलाता लंगर चलाउण दा, देखो आ कोरोना दीयां बीमारियां, भयानक बीमारियां, ये तो चलो एक बीमारी आई, होर आफतां बहुत पैंदियां। तो गुरु नानक दे घर दे जिहड़े पैरोकार है, जिहड़े अपने आप नूं गुरु नानक दे सेवक समझदे है, वो देखो फिर लंगर चलाउंदे है। किस तरह उस वेले उन्हां लोकां नूं संभालिया जिन्हां नूं बड़ा मुश्किल हो गया सीगा। ये भी तो परमेश्वर का काम ही है ना, ड्यूटियां ला गया वो, लंगर चला के 20 रुपइयां दा ऐसा चलाया कि ड्यूटियां ला गया, तो हुण चल सो चल ही है। कहो सतनाम। आखिरी पंक्ति वाल समाप्ति हुई है। तो मेरे प्रीतम जी कहते आप उपाए धंधे लाए, 1,84 रिजक आप अपड़ाए, नानक नाम ध्याए सच राते। वो सारी दुनिया ठीक है, ढिड भर के सारे सौंदे न, पर बिरले बिरले कहते नानक दे बख्शे नाम नूं जपदे है, वो सच विच रंगे जाते है। किहड़े जो तिस भावै सो कार करा बनिया। बाकी दुनिया धंधियां च भी लगी पई है, ये भी उहदे हुक्म अंदर है। कोई नाम जपदा है तो कोई अपना टाइम पास करता है। गुरु कृपा करन आपां नाम जपीए। शब्द मरै सो मोआ जापै, काल ना चापै दुख ना संतापै। उन्हां लोकां नूं कदे भी फिर मौत मार नहीं सकती। ज्योति विच मिल जोत समाणी, सुण मन सच समावनिया। इउं जीव उहदे विच मिल जांदा है। इसी पवित्र शब्द दे विचार। अगला शब्द इसे लड़ी नाल जुड़दा, फिर उन्हां दे अंदर ज्ञान होया। माझ महला तीजा, अंदर हीरा लाल बनाया। वो फिर परमेश्वर नूं इत्थे हीरा कहता, लाल कहता। ਉਹਦੀ विचार ਜਾਂ ਲੈਣੀ ਸੀ ਤੇ गुरु ਨੂੰ ਪੁੱਛਿਆ, गुर कै शब्द परख परखाया, जिन सच पल्ले सो सच बखाने, सच घसवट्टी ला बनिया। फिर गुरु ਦੇ ਦੱਸੇ शब्द ਤੇ ਉਹਨੂੰ ਲਾ ਲਾ ਕੇ ਵੇਖਦੇ ਆ, ਫਿਰ ਪਤਾ ਲੱਗਦਾ ਵਾਕਿਆ ਇਹ ਤਾਂ ਖਰਾ ਸਿਉਣਾ ਹੈ। ਕਹੋ ਸਤਨਾਮ। ਇਹ ਹੀਰਾ है, ये लाल है। ये शब्द ਦੀ विचार ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਵਾਹਿਗੁਰੂ, सतनाम वाहे।